गुरु चरना च हाजरी दवाई उचारण करो जी। वाहिगुरु जी का खालसा वाहिगुरु जी की फतेह। मृग तिसना पीख भुलने, मृग हिरन नूं कहंदे आ। बहुत मेरी विचार ਆਪਾਂ ਨੇ ਅੱਗੇ ਸਰਵਣ ਕੀਤੀ, ਅਨੇਕਾਂ ਸ਼ਬਦ ਆਏ ਕਿਉਂਕਿ ਸਾਰੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਸਰਵਣ ਕਰਨਾ ਲੱਗਿਆ। ਮਿਰਗ ਦੀ ਹਿਰਨ ਦੀ ਮਹਾਰਾਜ ਨੇ ਬਹੁਤ ਉਦਾਹਰਨ ਦਿੱਤੀ ਹੈ। ਇੱਕ ਤੇ ਇੱਥੇ ਉਹ ਮ੍ਰਿਗ ਤਿਸਨਾ ਦੀ ਗੱਲ ਕੀਤੀ, ਤ੍ਰਿਸ਼ਨਾ। ਬਹੁਤ ਮੇਰੀ ਉਦਾਹਰਨ ਆਈ ਵੀ ਇਹਦੀ ਨਾਭੀ 'ਚ ਕਸਤੂਰੀ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ ਪ੍ਰਭ ਦਾ ਭਰਮ ਭੁਲਾਇਆ। ਇਹ ਜਿਹੜਾ ਹਿਰਨ ਮਿਰਗ ਹੈ ਨਾ, ਇਹ ਭੁਲੇਖੇ 'ਚ ਹੀ ਆਪਣਾ ਜੀਵਨ ਸਾਰਾ ਬਤੀਤ ਕਰ ਜਾਂਦਾ। ਦੋ ਉਦਾਹਰਨਾਂ ਤੇ ਸਾਨੂੰ ਬੜੀਆਂ ਪਿਆਰੀਆਂ ਮਿਲੀਆਂ। ਹਾਂ, ਕਿਤੇ ਮਹਾਰਾਜ ਨੇ ਵੀ ਕਿਹਾ ਵੀ ਇਹ ਘੱਡੇ ਢੇ ਦੀ ਆਵਾਜ਼ ਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ। ਇੱਕ ਤੇ ਹੋ ਗਿਆ ਵੀ ਇਹਦੀ ਕਸਤੂਰੀ 'ਚ ਕਸਤੂਰੀ ਨਾਭੀ 'ਚ ਹੈ। ਇਹਨੂੰ ਜਦੋਂ ਖੁਸ਼ਬੂ ਆਉਂਦੀ, ਇੱਕ ਮੌਸਮ ਆਉਂਦਾ ਹੈ, ਉਦੋਂ ਇਹਨੂੰ ਆਪਣੀ ਉਹ ਕਸਤੂਰੀ ਦੀ ਜਿਹੜੀ ਨਾਭੀ 'ਚ ਹੁੰਦੀ ਉਹਦੀ ਖੁਸ਼ਬੂ ਆਉਂਦੀ, ਤੇ ਖੁਸ਼ਬੂ ਬਹੁਤ ਆਨੰਦਮਈ ਹੈ। ਇਹ ਖੁਸ਼ਬੂ ਲੈਣ ਵਾਸਤੇ ਫਿਰ ਨਾ ਜੰਗਲ 'ਚ ਦੌੜਦਾ ਵੀ ਕਿਸ ਪਾਸਿਓਂ ਖੁਸ਼ਬੂ ਆ ਰਹੀ ਹੈ। ਭੱਜਦਾ, ਦੌੜਦਾ, ਖੱਪ ਜਾਂਦਾ ਉਸ ਖੁਸ਼ਬੂ ਦਾ ਆਨੰਦ ਲੈਣ ਵਾਸਤੇ। ਤੇ ਜਦੋਂ ਇਹ ਮਰਨ ਲੱਗਦਾ ਨਾ ਡਿੱਗ ਕੇ, ਇਹਦੀ ਧੌਣ ਮੁੜ ਕੇ ਇਹਦੀ ਨਾਭੀ ਦੇ ਨੇੜੇ ਜਾਂਦੀ ਹੈ, ਤੇ ਉੱਥੋਂ ਫਿਰ ਕਸਤੂਰੀ, ਉਹ ਫਿਰ ਇਹਨੂੰ ਸਮਝ ਆਉਂਦੀ ਹੈ ਵੀ ਕਸਤੂਰੀ ਬਾਹਰ ਨਹੀਂ ਸੀ, ਉਹ ਤੇ ਮੇਰੀ ਨਾਭੀ 'ਚ ਸੀ। ਮੈਂ ਐਵੇਂ ਭੜਕਦਾ ਜਾਨ ਦੇ ਦੇਣ ਲੱਗਾ, ਅਸਲ ਦੇ ਅੰਦਰ ਕਸਤੂਰੀ ਮੇਰੇ ਅੰਦਰ ਹੈ। ਰੱਬ ਨੇ, ਵਾਹਿਗੁਰੂ ਨੇ ਉਦਾਹਰਨ ਦਿੱਤੀ, ਰੱਬ ਬੰਦਿਆ ਤੇਰੇ ਅੰਦਰ ਹੈ, ਹਿਰਨ ਦੀ ਤਰ੍ਹਾਂ ਤੂੰ ਵੀ ਭੁਲੇਖੇ 'ਚ ਬਾਹਰ ਹੀ ਦੌੜਦਾ। ਕਸਤੂਰੀ ਦਾ ਅਰਥ ਇੱਥੇ ਰੱਬ ਹੈ। ਰੱਬ ਸਾਡੇ ਅੰਦਰ ਹੈ, ਅਸੀਂ ਬਾਹਰ ਮੁਖੀ ਹੋ ਕੇ ਨਹੀਂ ਰੱਬ ਨੂੰ ਭਾਲ ਸਕਦੇ। ਰੱਬ ਅੰਦਰ ਹੈ, ਉਹ ਰੱਬ ਦੀ ਅੰਦਰੋਂ ਤੂੰ ਖੁਸ਼ਬੂ ਨੂੰ, ਆਨੰਦ ਨੂੰ, ਰੱਬ ਦੀ ਹੋਂਦ ਨੂੰ ਤੂੰ ਮਹਿਸੂਸ ਕਰ ਸਕਦਾ। ਪਰ ਭਗਤ ਕਬੀਰ ਜੀ ਕਹਿੰਦੇ ਸਾਰੀ ਜ਼ਿੰਦਗੀ ਮਨੁੱਖ ਨੂੰ ਇਸ ਗੱਲ ਦੀ ਸੋਝੀ ਸਮਝ ਨਹੀਂ ਆਉਂਦੀ ਹੈ। ਹਾਂ, ਉਦੋਂ ਹੀ ਸ਼ਾਇਦ ਆਉਂਦੀ ਹੋਏ ਜਦੋਂ ਸਰੀਰ ਤਿਆਗਣ ਲੱਗੇ। ਫਿਰ ਹਿਰਨ ਦੀ ਤਰ੍ਹਾਂ ਹੁਣ ਮਰਨ ਲੱਗੇ ਨੂੰ ਕਸਤੂਰੀ ਵੀ ਮਿਲ ਜੇ ਤੇ ਫਿਰ ਕੀ ਲਾਭ ਹੈ। ਜੇ ਸਮਝ ਆ ਹੀ ਜਾਏ ਸਰੀਰ ਤਿਆਗਣ ਲੱਗਿਆ ਰੱਬ ਅੰਦਰ ਸੀ, ਫਿਰ ਕਿਹੜਾ ਹੁਣ ਮਿਲ ਜਾਣਾ। ਹੁਣ ਤੇ ਯਤਨ ਹੀ ਕੋਈ ਨਹੀਂ ਕਰ ਸਕਦਾ, ਕਿਉਂਕਿ ਹੁਣ ਅਖੀਰ ਹੈ। ਹੁਣ ਨਹੀਂ ਨਾ ਅੰਦਰੋਂ ਕਸਤੂਰੀ, ਹੁਣ ਤੇ ਉਹ ਹਿਰਨ ਚਾਹ ਕੇ ਵੀ ਉਹਦੀ ਖੁਸ਼ਬੂ ਦਾ ਆਨੰਦ ਨਹੀਂ, ਕਿਉਂਕਿ ਹੁਣ ਸਵਾਸ ਹੀ ਬਾਕੀ ਨਹੀਂ ਹੈ। ਤੇ ਜਦੋਂ ਸਾਡੇ ਕੋਲੋਂ ਸਮਾਂ ਸਾਰਾ ਗੁਜ਼ਰ ਗਿਆ, ਸਮਾਂ ਹੀ ਨਾ ਬਚਿਆ, ਸਮਝ ਆ ਗਈ ਵੀ ਰੱਬ ਅੰਦਰ ਹੈ, ਫਿਰ ਖੋਜ ਹੀ ਨਹੀਂ ਕਰ ਸਕਾਂਗੇ। ਸਮਝ ਤੇ ਆ ਗਈ ਰੱਬ ਅੰਦਰ ਹੈ, ਹੁਣ ਸਮਾਂ ਨਹੀਂ ਹੈ। ਆਵੇ ਅੰਤ ਨਾ ਭੱਜਿਆ ਜਾਈ। ਹੁਣ ਤੇ ਸਮਾਂ ਤੇ 60, 70, 80, 90 ਸਾਲ ਵਿਅਰਥ ਗਵਾ ਲਏ ਹੈ। ਖੋਜ ਹੋ ਸਕਦੀ ਸੀ, ਮਿਲ ਸਕਦੇ ਸਨ ਰੱਬ ਨੂੰ। ਜਦੋਂ ਸਮਝ ਆਈ ਉਦੋਂ ਸਮਾਂ ਨਹੀਂ ਹੈ। ਅਸੀਂ ਸਾਰੇ ਤਕਰੀਬਨ ਬੱਚੇ ਦਾ ਸਕੂਲ 'ਚ ਪੜ੍ਹਨ ਦਾ ਨਾ ਕੋਈ ਸਮਾਂ ਹੁੰਦਾ ਹੈ। ਚਲੋ ਹੁਣ ਵਿਦਿਆ ਨਾਲ ਕੋਈ ਸਰੀਰ ਦੀ ਉਮਰ ਦੀ ਗੱਲ ਨਹੀਂ ਹੈ। ਮਨੁੱਖ ਸਿੱਖਣਾ ਚਾਹੇ ਤਾਂ ਉਹ ਕੁਝ ਵੀ ਗਿਆਨ ਪ੍ਰਾਪਤ ਕਰ ਸਕਦਾ ਹੈ। ਪਰ ਜੇ ਵੇਖੀਏ ਤੇ ਕੁਝ ਸਮਾਂ ਹੁੰਦਾ ਹੈ ਬਚਪਨ ਦੇ ਅੰਦਰ। ਚਲੋ ਹੁਣ ਤੇ ਇਹੋ ਜਿਹੀਆਂ ਸਹੂਲਤਾਂ ਆ ਗਈਆਂ ਵੀ ਉਸ ਸਮੇਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ। ਹੁਣ ਤੇ ਬਜ਼ੁਰਗਾਂ ਦੀਆਂ ਵੀ ਕਲਾਸਾਂ ਲੱਗਦੀਆਂ। ਉਹ ਬਿਰਧ ਆਸ਼ਰਮ ਦਾ ਵਿੱਚ ਜਿਹੜੇ ਬਹੁਤੇ ਵੀ ਬਜ਼ੁਰਗ ਉਹਨਾਂ ਨੂੰ ਵੀ ਕੁਝ ਨਾ ਕੁਝ, ਫਿਰ ਉੱਥੇ ਹੁਣ ਫਾਇਦਾ ਕੋਈ ਨਹੀਂ ਉੱਥੇ ਸਿੱਖਿਆ ਪ੍ਰਾਪਤ ਕਰਨ ਦਾ। ਹੁਣ ਤੇ ਅਖੀਰ ਤੇ ਚਲਾ ਗਿਆ ਨਾ। ਵਿਦਿਆ ਸਾਡੇ ਕੋਲ ਸ਼ੁਰੂ ਤੋਂ ਹੁੰਦੀ, ਤੇ ਉਸ ਵਿਦਿਆ ਰਾਹੀਂ ਅਸੀਂ ਸੰਸਾਰ 'ਚ ਵਿਚਰਦੇ ਸਾਨੂੰ ਕੋਈ ਲਾਭ ਹੁੰਦਾ। ਮੰਨ ਲਓ ਕਿਸੇ ਨੇ ਹੁਣ ਸਾਰੀ ਜ਼ਿੰਦਗੀ ਬੱਸਾਂ ਤੇ ਸਫ਼ਰ ਕਰਨਾ ਹੈ, ਪਹਿਲਾਂ ਤੇ ਉਹਦੇ ਕੋਲ ਵਿਦਿਆ ਨਹੀਂ, ਉਹ ਵੇਖ ਨਹੀਂ ਸਕਦਾ ਬੱਸ ਕਿਸ ਪਾਸੇ ਨੂੰ ਚੱਲੀ ਹੈ। ਜਿੱਦਣ ਸਰੀਰ 'ਚ ਸੱਤਿਆ ਨਹੀਂ, ਮੰਜੇ ਤੇ ਬਹਿ ਗਿਆ, ਫਿਰ ਪੜ੍ਹਾਈ ਕਰਨ ਦਾ ਵੀ ਕੀ, ਫਿਰ ਤੇ ਫਾਇਦਾ ਵੀ ਕੋਈ ਨਹੀਂ। ਫਿਰ ਤੇ ਪੜ੍ਹਿਆ ਵੀ ਹੁਣ ਕਿਹੜਾ ਉਹਨੂੰ, ਹੁਣ ਤੇ ਤੁਰਨ ਦੀ ਵੀ ਸੱਤਿਆ ਨਹੀਂ ਸਰੀਰ ਦੇ ਅੰਦਰ। ਮਹਾਰਾਜ ਇਸ ਕਰਕੇ ਤੇ ਸਾਨੂੰ ਵਾਰ-ਵਾਰ ਕਹਿੰਦੇ, ਬੰਦਿਆ ਗਿਆਨ ਪ੍ਰਾਪਤ ਕਰ ਗੁਰੂ ਸਾਹਿਬ ਤੋਂ। ਹੁਣ ਸਮਾਂ, ਹੁਣ ਵਤੇ ਹਰ ਨਾਮ ਨਾ ਬੀਜਿਓ। ਰੋਜ਼ ਦਾਸ ਬੇਨਤੀ ਕਰਦਾ, ਗੋਬਿੰਦ ਮਿਲਣ ਕੀ ਇਹ ਤੇਰੀ ਮਰਜ਼ੀ। ਹੁਣ ਤੋਂ ਜਿਹੜਾ ਸਮਾਂ ਚੱਲ ਰਿਹਾ, ਇਸ ਤੋਂ ਬਾਅਦ ਦਾ ਕੁਝ ਪਤਾ ਨਹੀਂ ਕਿੰਨਾ ਕੁ ਸਮਾਂ ਜਾਂ ਕੀ ਹੋਏਗਾ ਜਾਂ ਕੀ। ਮਹਾਰਾਜ ਕਹਿੰਦੇ ਹੁਣ ਤੋਂ ਸ਼ੁਰੂ ਕਰ।
ਹੁਣ ਬੱਚਾ ਹੈ, ਉਹ ਸਕੂਲ 'ਚ ਪੜ੍ਹਦਾ, ਸਮਾਂ ਲੰਘ ਜਾਂਦਾ, ਉਸ ਸਮੇਂ ਸਾਨੂੰ ਵੀ ਸੋਝੀ ਨਹੀਂ ਸੀ, ਅੱਜ ਸੋਝੀ, ਅੱਜ ਸਮਾਂ ਨਹੀਂ ਹੈ ਪੜ੍ਹਨ ਦਾ। ਉਸ ਸਮੇਂ ਸਮਾਂ ਹੁੰਦਾ, ਸਮਝ ਨਹੀਂ ਹੁੰਦੀ ਹੈ। ਹੁਣ ਬੱਚੇ ਨੂੰ ਮਾਂ ਪਿਓ ਹੁਣ ਸਕੂਲ ਭੇਜਣਾ ਚਾਹੁੰਦੇ ਹੈ, ਉਹ ਬੱਚੇ ਜਿੱਦ ਕਰਦੇ ਸੀ ਸਕੂਲ ਨਹੀਂ ਜਾਣਾ, ਇਹ ਨਹੀਂ ਕਰਨਾ, ਉਹਨਾਂ ਕੋਲ ਸਮਝ ਨਹੀਂ ਹੈ, ਸਮਾਂ ਹੈ, ਕਰ ਸਕਦੇ ਜੋ ਚਾਹਣ। ਜਦੋਂ ਸਮਝ ਆਏਗੀ ਉਦੋਂ ਸਮਾਂ ਨਹੀਂ ਹੁੰਦਾ ਉਹਨਾਂ ਕੋਲੇ। ਹੁਣ ਮੇਰੇ ਵਰਗੇ ਕੋ ਆ ਕੇ ਵੀ ਕੀਰਤਨ ਸਿੱਖਣਾ ਹੁਣ ਕਿਵੇਂ ਸਿੱਖਾਂਗੇ, ਬੜੀ ਔਖੀ ਗੱਲ ਹੈ, ਸਮਾਂ ਕੱਢਣਾ ਬੜਾ ਔਖਾ ਹੈ। ਤੇ ਇੱਥੇ ਆ ਕੇ ਜਦੋਂ ਅਸੀਂ ਸੰਥਿਆ ਲੈਂਦੇ ਸੀ, ਇੱਕ ਦਿਨ 'ਚ ਇੱਕ ਸ਼ਬਦ ਕੰਠ ਕਰ ਲੈਂਦੇ। ਸਾਡੇ ਉਸਤਾਦ ਜੀ ਨੇ ਕਹਿਣਾ ਇਹ ਸ਼ਬਦ ਸਵੇਰੇ ਮੈਨੂੰ ਸੁਣਾਉਣਾ 5-7 ਵਾਰੀ। ਹੁਣ ਇੱਕ ਸ਼ਬਦ ਕੰਠ ਕਰਨਾ ਹੋਵੇ 100 ਵਾਰੀ ਪੜਿਆ ਵੀ ਕਈ ਵਾਰੀ ਕੰਠ ਨਹੀਂ ਹੁੰਦਾ। ਇਹਦਾ ਮਤਲਬ ਸਮਾਂ ਸੰਭਾਲ ਹੁਣ ਵੀ ਕੋਈ ਸਕਦਾ ਹੈ, ਪਰ ਯਤਨ ਬਹੁਤ ਕਰਨਾ ਪਏਗਾ। ਜਦੋਂ ਸਮਾਂ ਉਦੋਂ ਖੇਚਲ ਘੱਟ ਤੇ ਲਾਭ ਜ਼ਿਆਦਾ ਹੁੰਦਾ, ਉਦੋਂ ਖੇਚਲ ਘੱਟ ਕਰਨੀ ਪੈਂਦੀ ਹੈ, ਲਾਭ ਬਹੁਤ ਜ਼ਿਆਦਾ ਹੈ। ਵਤਰ ਨੰਗੇ ਤੋਂ ਕੋਈ ਥੋੜੀ ਬਾਲੀ ਤੇ ਫਸਲ ਨਿਕਲੇਗੀ, ਪਰ ਬੋਲ ਨਹੀਂ ਨਾ ਭਰਨਗੇ। ਮਹਾਰਾਜ ਕਹਿੰਦੇ ਸਮਾਂ ਹੈ, ਉਹਨੂੰ ਜਪ। ਹੁਣ ਸਮਾਂ ਹੈ, ਰੱਬ ਮਿਲ ਸਕਦਾ ਹੈ। ਹਿਰਨ ਵਾਂਗੂ ਜੇ ਹੁਣ ਮਰਨ ਲੱਗੇ ਸੋਝੀ ਆਈ ਤੇ ਫਿਰ ਲਾਭ ਤੇ ਕੋਈ ਨਹੀਂ ਹੈ ਨਾ, ਫਿਰ ਤੇ ਨਹੀਂ ਮਿਲਿਆ ਜਾਣਾ। ਬਾਬਾ ਫਰੀਦ ਜੀ ਨੇ ਕਿਹਾ ਨਾ, ਆਪ ਜੀ ਮੋਗੇ ਨੂੰ ਜਾਂਦੇ ਹੋ ਨਾ, ਇੱਕ ਰਸਤੇ ਦੇ ਉੱਪਰ ਨਾ ਬਾਬਾ ਫਰੀਦ ਜੀ ਦੀ ਉੱਥੇ ਵੱਡੀ ਸਾਰੀ ਉਹਨਾਂ ਨੇ ਉਹ ਮੂਰਤੀ ਬਣਾਈ ਹੈ, ਉਹ ਕਾਂ ਵੀ ਉੱਤੇ ਬਣਾਏ ਹੈ। ਅਸਲ ਦੇ ਅੰਦਰ ਉਹਨਾਂ ਕਾਮਾਂ ਦੀ ਬਾਬਾ ਫਰੀਦ ਜੀ ਨੇ ਗੱਲ ਨਹੀਂ ਸੀ ਕੀਤੀ। ਆਹੀ ਤੇ ਕਹਿੰਦੇ ਸਾਨੂੰ ਹੁਣ ਸਮਾਂ ਹੈ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ, ਮਾਸ ਇਹ ਦੋਏ ਨੈਣਾ ਮਤ ਛੂ ਹੋ ਪਿਰ ਦੇਖਣ ਕੀ ਆਸ। ਵੀ ਅੱਖਾਂ ਦੀ ਰੋਸ਼ਨੀ ਨਾ ਘਟ ਜੇ, ਸਰੀਰ ਬਜ਼ੁਰਗ ਨਾ ਹੋ ਜੇ, ਬੁਕਾਰੋ ਖਾਓ ਨਾ, ਵੀ ਕਿਤੇ ਉਹ ਅਵਸਥਾ ਨਾ ਆ ਜੇ ਵੀ ਰੱਬ ਨੂੰ ਮਿਲਣ ਦੀ ਇੱਛਾ ਲੈ ਕੇ ਸੰਸਾਰ ਤੋਂ ਚਲੇ ਜਾਈਏ। ਅਸਲ ਦੇ ਵਿੱਚ ਉਸ ਸ਼ਬਦ ਦਾ ਅਰਥ ਇਹ ਹੈ। ਕੱਲ ਪਰਸੋਂ ਵੀ ਦਾਸ ਨੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਕਹਿੰਦੇ ਰੋਗ ਨਹੀਂ ਆਇਆ, ਬੁਢੇਪਾ ਨਹੀਂ ਆਇਆ, ਜਪ, ਮੌਤ ਨਹੀਂ ਆਈ, ਉਸ ਤੋਂ ਪਹਿਲਾਂ ਜਪ। ਤੇ ਜਿੱਦਨ ਉਹ ਵਿਕਾਰਾਂ ਨੇ ਸਰੀਰ ਖਾ ਹੀ ਲਿਆ, ਮੰਜੇ ਤੇ ਬੈਠੇ, ਫਿਰ ਕਿਹੜਾ ਰੱਬ। ਆਪਦੇ ਧਰਮ ਕੀ ਆਸ ਕਰੇ। ਹੁਣ ਤੇ ਬੰਦਾ ਧਰਮ ਤੇ ਵੈਸੇ ਉਹ ਤੋਂ ਕਮਾਉਣਾ ਚਾਹੁੰਦਾ ਹੈ, ਆਸ ਰੱਖਦਾ ਹੈ, ਧਰਮੀ ਬਣਿਆ ਨਹੀਂ ਜਾਣਾ, ਕਮਾਇਆ ਨਹੀਂ ਜਾਣਾ। ਮੇਰੇ ਵਰਗੇ ਨੇ ਸਾਰੀ ਜ਼ਿੰਦਗੀ ਆਪ ਭੁਦਰਾ ਜੀਵਨ ਜਿਉਇਆ ਹੋਵੇ, ਲੁੱਟਾਂ ਖੋਹਾਂ ਕਰਕੇ ਤੇ ਫਿਰ ਮੰਜੇ ਤੇ ਬੈਠ ਜਾਉਣਾ ਕਿ ਮੈਂ ਧਰਮੀ ਬਣਦਾ, ਫਿਰ ਹੁਣ ਤੇ ਧਰਮੀ ਨਹੀਂ ਬਣਿਆ ਜਾਣਾ। ਧਰਮ ਸ਼ੁਰੂ ਤੋਂ ਕਮਾਇਆ ਜਾਂਦਾ ਹੈ। ਇਹਦਾ ਅਰਥ ਇਹ ਵੀ ਨਹੀਂ ਕੱਢ ਦੇਣਾ ਬਾਅਦ 'ਚ ਨਹੀਂ, ਪਰ ਹੁਣ ਸਾਰੀ ਜ਼ਿੰਦਗੀ ਜੋ ਕੁਝ ਕੀਤਾ ਫਿਰ ਉਹ ਮੰਜੇ ਤੇ ਬੈਠਿਆ ਰੱਬ ਵੀ ਚੇਤੇ ਨਹੀਂ ਆਉਣ ਵਾਲਾ। ਇਹ ਸ਼ੁਰੂ ਤੋਂ ਕੁਝ ਨਾ ਕੁਝ ਸਾਨੂੰ ਅੰਦਰ ਚੱਲੇਗਾ ਤੇ ਫਿਰ ਹੁਣ ਜਪਜੀ ਸਾਹਿਬ ਕੰਠ ਹੋਏਗਾ, ਜਪਜੀ ਸਾਹਿਬ ਫਿਰ ਪੜਿਆ ਜਾਣਾ ਬਜ਼ੁਰਗੀ ਦੇ ਸਮੇਂ। ਮਹਾਰਾਜ ਕਹਿੰਦੇ ਉਹ ਮਿਰਗ ਦੀ ਤਰ੍ਹਾਂ ਨਾ ਤੂੰ, ਉਹ ਕਸਤੂਰੀ ਅੰਦਰ ਸੀ। ਇੱਕ ਤੇ ਉਦਾਹਰਨ ਨੇ, ਦੂਸਰੀ ਉਦਾਹਰਨ ਮਹਾਰਾਜ ਦਿੰਦੇ ਹੈ ਵੀ ਅੱਜ ਜਿਹੜੀ ਸਤਿਗੁਰਾਂ ਨੇ ਕਿਰਪਾ ਕੀਤੀ, ਮ੍ਰਿਗ ਤਿਸਣਾ ਪੇਖ ਭੁੱਲਣਾ। ਮਿਰਗ ਨੂੰ ਨਾ ਪਿਆਸ ਲੱਗੀ, ਪਿਆਸ। ਹੁਣ ਕਿਸੇ ਦੇ ਅੰਦਰ ਜਲ ਛਕਣ ਦੀ ਵੀ ਤ੍ਰਿਸ਼ਨਾ ਹੋ ਸਕਦੀ। ਚਲੋ ਇੱਥੇ ਤੇ ਅਰਥ ਆਪਾਂ ਮਾਇਆ ਦੀ ਤ੍ਰਿਸ਼ਨਾ ਦੀ ਗੱਲ ਕਰਦੇ ਹਾਂ। ਮ੍ਰਿਗ ਤਿਸਣਾ ਪੇਖ ਭੁੱਲਣਾ, ਪਿਆਸ ਲੱਗੀ ਤੇ ਉਹ ਦੌੜਦਾ ਹੈ। ਜਦੋਂ ਪਿਆਸ ਲੱਗਦੀ ਹੈ, ਭੁੱਲਿਆ ਪਤਾ ਕੀ, ਆਪ ਜੀ ਕਿਤੇ ਹੁਣ ਦਿਨ ਆਉਣ ਵਾਲੇ ਨੇ, ਅੱਗੇ ਸੜਕ ਤੇ ਜਾਇਓ, ਤੁਹਾਨੂੰ ਸੜਕ ਤੇ ਪਾਣੀ ਨਜ਼ਰ ਆਏਗਾ। ਪਾਣੀ ਅਸਲ ਦੇ ਵਿੱਚ ਪਾਣੀ ਹੁੰਦਾ ਨਹੀਂ, ਉਹ ਇੱਕ ਲੋ ਹੁੰਦੀ ਹੈ ਜਿਹੜੀ ਸਾਨੂੰ, ਹਵਾ ਹੁੰਦੀ ਹੈ ਜਿਹੜੀ ਸਾਨੂੰ ਪਾਣੀ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਮਹਾਰਾਜ ਨੇ ਜਿਹੜੀ ਇੱਥੇ ਉਦਾਹਰਨ ਦਿੱਤੀ, ਇਹੀ ਦਿੱਤੀ ਹੈ ਵੀ ਹਿਰਨ ਦਾ ਹੁਣ ਜੰਗਲ 'ਚ ਰਹਿੰਦਾ, ਬਰੇਤੀ ਹੁੰਦੀ ਉੱਥੇ, ਤੇ ਉਹ ਹਿਰਨ ਨੂੰ ਪਿਆਸ ਬੜੀ ਲੱਗੀ ਹੁੰਦੀ ਤੇ ਉਹ ਬਰੇਤੀ ਨੂੰ ਪਾਣੀ ਸਮਝ ਲੈਂਦਾ। ਕਿਤੇ ਆਪ ਜੀ ਬਰੇਤੀ ਤੇ ਜਾਓ, ਸੜਕ ਤੇ ਜਾਓ, ਲੋ ਲੱਗਦੀ ਹੈ, ਇਹ ਭੁਲੇਖਾ ਪੈਂਦਾ। ਬਰੇਤੀ ਤੇ ਵੀ ਭੁਲੇਖਾ ਪੈਂਦਾ ਵੀ ਉਹ ਪਾਣੀ ਦਾ ਕੋਈ ਤਲਾਬ ਭਰਿਆ ਹੋਇਆ। ਨਾ ਸੜਕ ਤੇ ਜਾਂਦੇ ਵੀ ਅੱਗੇ ਸੜਕ ਤੇ ਪਾਣੀ ਭਰਿਆ ਹੋਇਆ। ਉਹ ਫਿਰ ਹਿਰਨ ਕੀ ਕਰਦਾ, ਦੌੜਦਾ ਹੈ ਉਹਨੂੰ ਪਾਣੀ ਨੂੰ ਪੀਣ ਵਾਸਤੇ, ਆਪਣੀ ਪਿਆਸ ਬੁਝਾਉਣ ਦੌੜਦਾ। ਜਿਵੇਂ ਜਿਵੇਂ ਦੌੜਦਾ ਉੱਥੇ ਪਾਣੀ ਤੇ ਹੈ ਹੀ ਨਹੀਂ ਹੈ, ਉਹ ਅੱਗੇ ਹੋਰ ਦੌੜਦਾ, ਪਾਣੀ ਉਹਨੂੰ ਮਿਲਦਾ ਨਹੀਂ ਹੈ, ਦਮ ਟੁੱਟ ਜਾਂਦਾ, ਆਪਣੀ ਜਾਨ ਦੇ ਦਿੰਦਾ। ਮਹਾਰਾਜ ਨੇ ਗੁਰੂ ਅਰਜਨ ਸਾਹਿਬ ਨੇ ਸਮਝਾਇਆ, ਬੰਦਿਆ ਇਸ ਤਰ੍ਹਾਂ ਹੀ ਤੂੰ ਮਾਇਆ ਪਿੱਛੇ ਸਾਰੀ ਜ਼ਿੰਦਗੀ ਦੌੜਦਾ, ਮਾਇਆ ਤੇਰੇ ਹੱਥ ਨੇ ਆਉਂਦੀ, ਜਾਨ ਤੇਰੀ ਮਾਇਆ ਦੇ ਪਿੱਛੇ ਦੌੜਦੇ ਹੀ ਨਿਕਲ ਜਾਂਦੀ ਹੈ। ਤੇਰੇ ਹੱਥ ਕੁਝ ਨਹੀਂ ਆਉਂਦਾ।
ਜਾਂ ਘੰਡੇੜੇ ਦੀ ਤਿੰਨ ਉਦਾਹਰਨਾਂ ਦਾਸ ਨੇ ਮਿਰਗ ਤੇ ਗੁਰੂ ਗ੍ਰੰਥ ਸਾਹਿਬ 'ਚ ਦਿੱਤੀਆਂ। ਘੰਡੇ ਸੰਗੀਤ ਦੀ ਆਵਾਜ਼ ਤੇ ਮੋਹਤ ਹੋ ਜਾਂਦਾ ਹਿਰਨ, ਤੇ ਇਹਨੂੰ ਪਕੜਨ ਵਾਲੇ ਨਾ ਉਹ ਸੰਗੀਤ ਘੰਡੇੜੇ ਦੀ ਆਵਾਜ਼ ਕੱਢਦੇ ਨੇ, ਕਮਲਿਆਂ ਦੀ ਤਰ੍ਹਾਂ ਦੌੜਿਆ ਆਉਂਦਾ ਹੈ, ਉਹ ਅਗਲੇ ਫੜ ਕੇ ਗਾਂਹ ਲੈ ਜਾਂਦੇ ਨੇ। ਮਹਾਰਾਜ ਕਹਿੰਦੇ ਤੂੰ ਵੀ ਵਕਾਰਾਂ ਦੇ ਅਧੀਨ ਹੈ, ਜਿੱਧਰ ਕਿਤੇ ਵੇਖੋ ਤੁਸੀਂ ਅਖਾੜਾ ਲੱਗਿਆ ਹੋਵੇ ਉਧਰ ਇੱਧਰ ਬੰਦਾ ਸਾਰੀ ਤੇ ਇਸ ਤਰ੍ਹਾਂ ਹੀ ਬਸ ਉੱਥੇ ਹੀ ਫਿਰ ਖਤਮ ਹੋ ਜਾਂਦਾ ਬੰਦਾ। ਇਸ ਤਰ੍ਹਾਂ ਉਹ ਰਸ ਲੈਂਦਾ ਨਾ, ਇੱਧਰ ਦੌੜਦਾ ਇੱਧਰ ਦੌੜਦਾ ਇੱਧਰ ਦੌੜਦਾ, ਉਸ ਤਰ੍ਹਾਂ ਹੀ ਫਿਰ ਉਹ ਜਾਨ ਨਿਕਲ ਜਾਂਦੀ ਰਸਤੇ ਦੇ ਅੰਦਰ ਹੀ। ਇਸ ਤਰ੍ਹਾਂ ਹੀ ਮਨੁੱਖ ਇੱਕ ਦਿਨ ਖਤਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਹਾਥੇ ਦੇ ਕੁਝ ਵੀ ਨਹੀਂ ਆਉਂਦਾ। ਹਿਰਨ ਦੀ ਪਿਆਸ ਥੋੜੀ ਬੁਝੀ, ਉਹ ਤੇ ਭੁਲੇਖਾ ਸੀ ਪਾਣੀ ਹੈ। ਅਸੀਂ ਕਹਿੰਦੇ ਸ਼ਾਇਦ ਮਾਇਆ ਨਾਲ ਰੱਜ ਜਾਾਂਗੇ, ਉਹ ਤੇ ਭੁਲੇਖਾ ਹੈ ਵੀ ਅਸੀਂ ਮਾਇਆ ਨਾਲ ਰੱਜਾਂਗੇ। ਮਾਇਆ ਸੱਚ ਨਹੀਂ ਹੈ। ਅਸਲ ਅੰਦਰ ਜਿਹੜੀ ਗੁਰੂ ਅਰਜਨ ਸਾਹਿਬ ਜੀ ਗੱਲ ਕਰਦੇ, ਸੰਸਾਰ ਝੂਠਾ ਹੈ ਬੰਦਿਆ, ਇਹ ਸੱਚ ਨਹੀਂ ਜਿਹਨੂੰ ਤੂੰ ਸੱਚ ਸਮਝੀ ਬੈਠਾ, ਉਹ ਮਿਰਗ ਦੇ ਭੁਲੇਖੇ ਵਾਲੀ ਗੱਲ ਹੈ। ਪਾਣੀ ਨਹੀਂ ਹੈ, ਮਿਰਗ ਸਮਝ ਬੈਠਾ ਪਾਣੀ ਹੈ। ਇਹ ਮਾਇਆ ਸੰਸਾਰ ਸੱਚ ਨਹੀਂ, ਤੂੰ ਸਮਝ ਬੈਠਾ ਸ਼ਾਇਦ ਇਹਦੇ ਚ ਆਨੰਦ ਹੈ। ਮਰਜ਼ ਕਹਿੰਦੇ ਤੈਨੂੰ ਸਮਝ ਲੈਣਾ ਚਾਹੀਦਾ। ਸਤਿਗੁਰਾਂ ਨੇ ਅਨੇਕਾਂ ਉਦਾਹਰਨਾਂ ਦਿੱਤੀਆਂ। ਇੱਕ ਸ਼ਬਦ ਆਉਂਦਾ, ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਕਸ ਥਿਰ ਕਰ ਮੰਨੈ ਅਚਰਜ ਲਖਿਓ ਨਾ ਜਾਈ। ਉੱਥੇ ਮਹਾਰਾਜ ਨੇ ਨਾ ਅੱਗੇ ਜਾ ਕੇ ਇੱਕ ਬੱਦਲ ਦੀ ਛਾਂ ਦੀ, ਜੈਸੇ ਬਾਦਰ ਕੀ ਛਾਈ ਦੀ ਗੱਲ ਕੀਤੀ ਹੈ। ਬੱਦਲ ਦੀ ਛਾਂ, ਮਹਾਰਾਜ ਕਹਿੰਦੇ ਬੱਦਲ ਦੀ ਛਾਂ ਇੱਕ ਥਾਂ ਤੇ ਨਹੀਂ ਠਹਿਰਦੀ ਹੈ, ਜਿਉਂ ਬਾਦਰ ਕੀ ਛਾਈ। ਮਹਾਰਾਜ ਕਹਿੰਦੇ ਸੰਸਾਰ ਇਹੋ ਜਿਹਾ ਮਾਇਆ ਇੱਕ ਥਾਂ ਤੇ ਥੋੜੀ ਠਹਿਰਦੀ ਹੈ। ਸੰਸਾਰ ਬਦਲ ਦੀ ਛਾਂ, ਦਰਖਤ ਦੀ ਛਾਂ ਦੀ ਉਦਾਹਰਨ ਵੀ ਦਿੱਤੀ ਮਹਾਰਾਜ ਨੇ। ਦਰਖਤ ਦੀ ਛਾਂ ਇੱਕ ਥਾਂ ਤੇ ਨਹੀਂ ਠਹਿਰਦੀ ਹੈ, ਬਦਲ ਦੀ ਛਾਂ ਝੂਠੀ ਹੁੰਦੀ ਹੈ। ਤੁਸੀਂ ਕਿਤੇ ਆਪਾਂ ਵੇਖਦੇ ਬਦਲੀ ਉੱਪਰ ਦੀ ਲੰਘਦੀ ਹੈ, ਵੈਸੇ ਸੂਰਜ ਹੁੰਦਾ ਹੈ, ਬਦਲੀ ਆ ਗਈ, ਉਹ ਥੋੜੀ ਜਿਹੀ ਝੂਠੀ ਜਿਹੀ ਛਾਂ ਹੋਏਗੀ, ਨਾਲ ਦੀ ਨਾਲ ਨਿਕਲ ਜਾਂਦੇ। ਮਹਾਰਾਜ ਕਹਿੰਦੇ ਮਾਇਆ ਦੀ ਛਾਂ ਤੇ ਝੂਠੀ ਜਿਹੀ ਹੈ। ਲੱਗਦਾ ਨਾ ਮਾਇਆ ਸੁਖ ਦੇਗੀ। ਮਹਾਰਾਜ ਕਹਿੰਦੇ ਜਿਉਂ ਬਾਦਰ ਕੀ ਛਾਈ ਹੈ, ਇਹਨੇ ਸੁਖ ਕੋਈ ਨਹੀਂ ਦੇਣਾ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰੀ ਸਾਨੂੰ ਸਮਝਾਇਆ, ਬੰਦੇ ਸੰਸਾਰ ਝੂਠਾ ਹੀ, ਉਹ ਮ੍ਰਿਗ ਤ੍ਰਿਸ਼ਨਾ ਵਾਲੀ ਗੱਲ ਹੈ, ਝੂਠਾ ਹੈ। ਭੋਗ ਦੇ ਸ਼ਲੋਕ ਆਪਾਂ ਨੇ ਵਿਚਾਰਨੇ, ਬਹੁਤ ਸੋਹਣੀਆਂ ਉਦਾਹਰਨਾਂ ਉਹਦੇ 'ਚ ਮਹਾਰਾਜ ਨੇ ਦਿੱਤੀਆਂ। ਬਹੁਤ ਸਿੱਧੇ ਜਿਹੇ ਸ਼ਬਦਾਂ ਨਾਲ ਮਹਾਰਾਜ ਨੇ ਸਾਨੂੰ ਸਮਝਾਇਆ, ਜਗ ਰਚਨਾ ਸਭ ਝੂਠ ਹੈ, ਅਰਥ ਕਰਨ ਦੀ ਕੋਈ ਲੋੜ ਨਹੀਂ। ਮਹਾਰਾਜ ਨੇ ਇੱਕ ਗੱਲ 'ਚ ਹੀ ਮੁਕਾ ਦਿੱਤਾ ਵੀ ਇਹ ਸੰਸਾਰ ਸਾਰਾ ਹੀ ਝੂਠ ਹੈ, ਸੰਸਾਰ ਦੀ ਰਚਨਾ ਹੀ ਝੂਠ ਤੇ ਹੋਈ ਹੈ। ਜਿਹਨੇ ਰਚਨਾ ਕੀਤੀ ਉਹੀ ਕਹਿ ਰਿਹਾ ਝੂਠੀ ਹੈ। ਕਈ ਵਾਰੀ ਨਾ ਕੋਈ ਚੀਜ਼ਾਂ ਬਣਾਉਣ ਵਾਲਾ ਉਹ ਬਣਾ ਕੇ ਕਹਿੰਦਾ ਜੀ ਇਹ ਸੱਚ ਹੈ, ਬਣਾਉਣ ਵਾਲਾ ਭੁਲੇਖਾ ਪਾਉਂਦਾ ਹੈ, ਉਹ ਲਾਲਚ ਕਰਕੇ ਗਿਣ ਲਓ, ਲੋਭ ਕਰਕੇ ਗਿਣ ਲਓ, ਪਰ ਇੱਥੇ ਤੇ ਬਣਾਉਣ ਵਾਲੇ ਨੇ ਵੀ ਕਿਹਾ ਝੂਠ ਹੈ। ਫਿਰ ਅਸੀਂ ਕਿਉਂ ਸੱਚ ਮੰਨੀ ਬੈਠੇ ਹਾਂ। ਜੱਗ ਝੂਠੇ ਕੋ ਸਾਚ ਜਾਣ ਕੇ, ਮਹਾਰਾਜ ਕਹਿੰਦੇ ਤੂੰ ਝੂਠੇ ਜੱਗ ਨੂੰ ਸੱਚਾ ਕਰਕੇ ਮੰਨੀ ਬੈਠਾ। ਸਾਡਾ ਰੱਬ ਨਾਲੋਂ ਟੁੱਟਣ ਦਾ ਕਾਰਨ ਹੀ ਇਹ ਹੈ। ਮਹਾਰਾਜ ਕਹਿੰਦੇ ਤੇਰਾ ਸਰੀਰ ਵੀ ਸੱਚਾ ਨਹੀਂ ਹੈ, ਸੰਸਾਰ ਵੀ ਸੱਚਾ ਨਹੀਂ। ਮਹਾਰਾਜ ਭਗਤ ਕਬੀਰ ਜੀ ਨੇ ਕਿਹਾ, ਕਬੀਰ ਇਹੋ ਤਨ ਜਾਹੇਗਾ ਸਕੋ ਤਾਂ ਲੇਹੋ ਬਹੋਰ। ਮਹਾਰਾਜ ਕਹਿੰਦੇ ਤਨ ਵੀ ਜਾਣਾ, ਸੰਸਾਰ ਵੀ ਝੂਠਾ ਹੈ। ਆਸਾ ਕੀ ਵਾਰ ਦੀ ਬਹੁਤ ਦਾਸ ਨੇ ਬੇਨਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੂੜ ਰਾਜਾ ਕੂੜ ਪਰਜਾ। ਇਹ ਸਾਰੇ ਸ਼ਬਦ ਦੇ ਅੰਦਰ ਮਹਾਰਾਜ ਨੇ ਕਿਸ ਨਾਲ ਕੀਚੇ ਦੋਸਤੀ ਸਭ ਜੱਗ ਚੱਲਣ ਹਾਰ। ਭਗਤ ਰਵਿਦਾਸ ਜੀ ਵੀ ਕਹਿੰਦੇ ਆ, ਉਹ ਕਹਿੰਦੇ ਸੰਗ ਚਲਤ ਹੈ ਹਮ ਭੀ ਚੱਲਣਾ, ਦੂਰ ਗਵਨ ਸਿਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਇਹ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਤੂੰ ਜੀਵਨ ਤੇ ਜਗ ਨੂੰ ਸੱਚ ਕਰਕੇ ਮੰਨੀ ਬੈਠਾ। ਜਾਂ ਮਹਾਰਾਜ ਕਹਿੰਦੇ ਝੂਠਾ ਤਨ ਸਾਚਾ ਕਰ ਮੰਨਿਓ, ਝੂਠਾ ਤਨ ਝੂਠਾ ਸੰਸਾਰ ਮੰਨੀ ਤੂੰ ਸੱਚ ਬੈਠਾ। ਮਹਾਰਾਜ ਕਹਿੰਦੇ ਸੱਚ ਨਹੀਂ ਹੈ। ਦੋ ਉਦਾਹਰਨਾਂ ਅੱਜ ਦੇ ਸ਼ਬਦ ਦਿੱਤੀਆਂ, ਇੱਕ ਤੇ ਮ੍ਰਿਗ ਤ੍ਰਿਸ਼ਨਾ, ਉਹ ਪਾਣੀ ਨਹੀਂ ਸੀ ਜਿਹਨੂੰ ਮਿਰਗ ਪਾਣੀ ਸਮਝ ਬੈਠਾ। ਤੂੰ ਸੰਸਾਰ ਨੂੰ ਸੱਚ ਬੈਠਾ ਸਮਝ ਬੈਠੋ, ਸੰਸਾਰ ਸੱਚ ਨਹੀਂ। ਅੱਗੇ ਮਹਾਰਾਜ ਨੇ ਕਿਹਾ ਬੁੱਠੇ ਨਗਰ ਗੰਧਰਵ, ਇੱਕ ਨਾ ਹਰੀਚੰਦ ਰਾਜੇ ਦੀ ਗੰਧਰਵ ਨਗਰੀ ਹੈ ਅਸਮਾਨ ਦੇ ਵਿੱਚ। ਉਹ ਆਪ ਜੀਆਂ ਨੂੰ ਸ਼ਾਇਦ ਕਿਤੇ ਦੱਸ ਨੇ, ਇੱਕ ਵਾਰੀ ਰਾਜੇ ਹਰੀਚੰਦ ਦੇ ਉਹ ਜੀਵਨ ਤੇ ਬੇਨਤੀ ਕੀਤੀ। ਵੈਸੇ ਉਹ ਬੜਾ ਸੱਤਿਆਵਾਦੀ ਰਾਜਾ ਸੀ, ਬੜਾ ਉਹਨੇ ਆਪਣੇ ਜੀਵਨ ਤੇ ਕਸ਼ਟ ਝੱਲਿਆ, ਫਿਰ ਰੱਬ ਪ੍ਰਗਟ ਹੋਇਆ। ਉਹ ਆਪਣੇ ਆਪ ਨੂੰ ਉਹਨੂੰ ਵੇਚਣਾ ਪਿਆ। ਫਿਰ ਉਹਦੇ ਉਹ ਸ਼ਮਸ਼ਾਨ ਘਾਟ ਦੇ ਅੰਦਰ, ਮੈਂ ਸੰਖੇਪ ਬੇਨਤੀ ਕਰਨੀ ਕਿਉਂਕਿ ਬਾਬਾ ਅਜੀਤ ਸਿੰਘ ਜੀ ਦਾ ਅੱਜ ਵੱਡੇ ਸਾਹਿਬਜ਼ਾਦੇ ਦਾ
ਜਨਮ ਦਿਹਾੜਾ ਵੀ ਹੈ। ਕੁਝ ਕੁ ਵਿਚਾਰ ਦਾਸ ਆਪ ਜੀ ਨਾਲ ਇਸ ਵਿਸ਼ੇ ਤੇ ਵੀ ਸਾਂਝੀ ਕਰੇਗਾ। ਫਿਰ ਅਖੀਰ ਨੂੰ ਇਹ ਕਹਿੰਦੇ ਵੀ ਰਾਜਾ ਹਰੀ ਚੰਦ ਆਪਣੀ ਨਗਰੀ ਲੈ ਕੇ ਸਮਾਨ 'ਚ ਚਲਾ ਗਿਆ। ਇੱਕ ਤਾਂ ਹੁੰਦਾ ਬੰਦਾ ਸਵਰਗ 'ਚ ਚਲਾ ਜਾਏ, ਉਹ ਮਹਾਰਾਜ ਨੇ ਜਿਹੜੀ ਗੱਲ ਕੀਤੀ, ਕਹਿੰਦੇ ਉਹ ਇੱਕ ਖਿਆਲ ਦੀ ਨਗਰੀ ਹੈ। ਵੀ ਆਪਾਂ ਸੁਰਤ 'ਚ ਖਿਆਲ ਬਣਾ ਲਈਏ ਵੀ ਕੋਈ ਪਿੰਡ ਵਸਦਾ ਹੈ, ਪਿੰਡ ਉੱਥੇ ਵਸਦਾ ਹੈ ਵੀ ਨਾ ਉਹ ਧਰਤੀ ਤੇ ਨਾ ਅਸਮਾਨ ਦੇ ਅੰਦਰ ਹੈ। ਵੁੱਠੇ ਨਗਰ ਗੰਧਰਵ, ਉਹ ਗੰਧਰਵ ਨਗਰ ਇੱਕ ਪਿੰਡ, ਕਹਿੰਦੇ ਵੀ ਉੱਥੇ ਜਾ ਕੇ ਪਿੰਡ ਹੀ ਬੰਨ ਲਿਆ ਉੱਪਰ। ਸਾਡੇ ਗੁਰੂ ਸਾਹਿਬ ਨੇ ਕਿਹਾ ਇਹ ਸੱਚ ਨਹੀਂ ਹੈ। ਬੜੀ ਇਹ ਕੁਝ ਹੁੰਦੀਆਂ ਕੁਝ ਖਿਆਲਾਂ ਦੀਆਂ ਉਡਾਰੀਆਂ, ਜਿਵੇਂ ਕਵੀ ਨਾ ਆਪਣੀ ਕਵਿਤਾ 'ਚ ਖਿਆਲਾਂ ਦੀਆਂ ਉਡਾਰੀਆਂ ਆਜ਼ਾਦੀਆਂ ਮਾਰਦਾ। ਸਾਡੇ ਗੁਰੂ ਸਾਹਿਬ ਜੀ ਨੇ ਬਚਨ ਕਹੇ, ਹਾਂ ਇਸ ਗੱਲ ਨਾਲ ਤੇ ਗੁਰੂ ਸਾਹਿਬ ਜੀ ਸਹਿਮਤ, ਇੱਕ ਜਪੇਗਾ ਕਈਆਂ ਨੂੰ ਕੀਤੀ ਛੁੱਟੀ ਨਾਲ ਇਹ ਬਖਸ਼ਿਸ਼ ਵਰਤ ਸਕਦੀ ਹੈ। ਪਰ ਜੇ ਆਖੀਏ ਵੀ ਉੱਥੇ ਕੋਈ ਘਰ ਬਣਿਆ, ਉੱਥੇ ਘਰ ਕੋਈ ਨਹੀਂ ਹੈ। ਹਾਂ ਧਰਤੀਆਂ ਹੋਰ ਹੈਗੀਆਂ ਨੇ ਕਈ, ਪਰ ਜਿਹੜੀ ਇੱਥੇ ਗੱਲ ਕੀਤੀ ਮਹਾਰਾਜ ਨੇ ਕਿਹਾ ਇੱਕ ਸਿਰਫ ਖਿਆਲ ਦਾ ਪਿੰਡ ਹੈ, ਖਿਆਲ ਦੀ ਉਡਾਰੀ ਹੈ। ਸੰਸਾਰ ਇਸ ਤਰ੍ਹਾਂ ਝੂਠ ਹੈ। ਸੋਚ ਸਕਦੇ ਅਸੀਂ ਸੱਚਾ ਹੈ ਨਹੀਂ ਹੈ, ਕੁਝ ਵੀ ਝੂਠ ਹੈ, ਸੱਚ ਨਹੀਂ ਹੈ। ਇੱਥੇ ਤੇ ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਆਸ ਥਿਰ ਕਰ ਮੰਨੈ, ਅਚਰਜ ਲਖਿਓ ਨਾ ਜਾਏ। ਇਹ ਕਹਿੰਦੇ ਮੈਂ ਜਾਣਾ ਨਹੀਂ, ਇੱਕ ਤੁਰ ਗਿਆ। ਜਿਹੜਾ ਤੁਰ ਗਿਆ ਉਹਦੇ ਕਹਿੰਦਾ ਸਭ ਕੁਝ ਝੂਠ ਹੈ, ਜਿਹੜਾ ਹੈ ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਹੈ। ਅਚਰਜ ਖੇਡ ਵਾਪਰਦੀ ਹੈ। ਮਹਾਰਾਜ ਕਹਿੰਦੇ ਹੈ ਨਾ ਤੇ ਉਹ ਪਾਣੀ ਹੈ ਜਿਹਦੇ ਤੇ ਮ੍ਰਿਗ ਦੌੜਦਾ ਮਰਨ ਲਈ ਤਿਆਰ ਹੈ। ਗੁਰੂ ਸਾਹਿਬ ਜੀ ਕਹਿੰਦੇ ਨਾ ਹੀ ਕੋਈ ਉੱਥੇ ਨਗਰੀ ਹੈ ਜਿਹੜੀ ਖਿਆਲ ਦੇ ਵਿੱਚ ਤੁਸੀਂ ਸੋਚੀ ਬੈਠੇ ਹੋ। ਹਰ ਚੰਦੌਰੀ ਇਹਨੂੰ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰੀ ਸ਼ਬਦ ਆਇਆ, ਹਰ ਚੰਦੌਰੀ। ਚੰਦੌਰੀ ਵੀ ਉਸ ਨਗਰ ਨੂੰ ਹਰ ਉਹ ਰਾਜਾ ਹਰੀ ਚੰਦ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਜਿਹੜਾ ਅਸਲੀ ਗੱਲ ਮਹਾਰਾਜ ਦੇ ਕਹਿਣ ਦਾ ਮਤਲਬ ਹੈ ਵੀ ਭੁਲੇਖੇ 'ਚ ਨਾ ਪਏ ਬੰਦਿਆ, ਸੱਚ ਜਾਗ। ਕੱਲ ਸ਼ਬਦ ਆਇਆ ਸੁਚੇਤ ਹੋ, ਸੱਚ ਕੁਝ ਵੀ ਨਹੀਂ। ਅੱਜ ਲੱਗਦਾ ਹੈ ਕੁਦਰਤੀ ਤੌਰ ਤੇ ਅੱਜ ਸਾਨੂੰ ਸਮਝ ਨਹੀਂ ਹੈ, ਭਾਵੇਂ ਅਸੀਂ ਬਾਣੀ ਦੀ ਵਿਚਾਰ ਅੱਜ ਹੋਰ ਨਾ ਗੱਲਾਂ ਤੁਸੀਂ ਕਿਤੇ ਚਲੇ ਜਾਓ, ਐਂ ਲੱਗਦਾ ਵੀ ਆਹ ਹੀ ਮੇਰਾ ਸੰਸਾਰ, ਪਰਿਵਾਰ 'ਚ ਬੈਠ ਜਾਓ। ਦੂਜਾ ਮਹਾਰਾਜ ਕਹਿੰਦੇ ਤੇ ਐਵੇਂ ਉਹ ਝੂਠੀ ਮੂਠੀ ਦੀ ਐਕਟਿੰਗ ਜੀ ਕਰਨ ਆਏ ਅਸੀਂ, ਇਹ ਇੱਥੇ ਕੁਛ ਵੀ ਨਹੀਂ ਹੈ। ਮੈਂ ਇਹਦੇ ਤੋਂ ਬਚ ਨਹੀਂ ਸਕਦਾ। ਉਹ ਮਹਾਰਾਜ ਕਹਿੰਦੇ ਇਹ ਨਕਲੀ ਜਿਹਾ ਮਨੁੱਖ ਰੋਲ ਨਿਭਾ ਰਿਹਾ, ਇਹ ਕੋਈ ਸੱਚ ਨਹੀਂ ਹੈ ਜੋ ਕਰ ਰਿਹਾ ਹੈ। ਕਿਤੇ ਨਾ ਕੋਈ ਸੀਰੀਅਲ ਵੇਖਣ ਲੱਗ ਪਓ, ਫਿਲਮ ਵੇਖਣ ਲੱਗ ਪਓ, ਤੁਹਾਡੀਆਂ ਅੱਖਾਂ 'ਚ ਰੋਣ ਆਏ, ਉਹ ਫਿਲਮ ਸੱਚ ਥੋੜ੍ਹੀ ਹੈ। ਸੰਸਾਰ ਵੀ ਇਸ ਤਰ੍ਹਾਂ ਹੀ ਹੈ। ਮਨੁੱਖ ਨਾ ਕਈ ਵਾਰੀ ਕੋਈ ਚੀਜ਼ ਤੁਸੀਂ ਵੇਖੋ ਆਪਣੇ ਆਪ ਨੂੰ ਉੱਥੇ ਖਿਲਾਰ ਦਿੰਦਾ ਵੀ ਇਹ ਮੈਂ ਮੇਰੇ ਨਾਲ ਵਰਤ ਰਿਹਾ ਹੈ ਨਹੀਂ, ਉਹ ਸੱਚ ਨਹੀਂ ਹੈ। ਦਾਸ ਨੇ ਕੱਲ ਵੀ ਬੇਨਤੀ ਕੀਤੀ, ਨਰਪਾ ਤੇ ਇੱਕ ਸਿੰਘਾਸਣ ਸੋਇਆ ਸੁਪਨੇ ਭਇਆ ਬਗਾਰੀ। ਸਾਡੀ ਹਾਲਤ ਉਹ ਹੈ। ਉਹ ਰਾਜੇ ਦਾ ਬੱਚਾ ਸੀ, ਉਹ ਬੁੱਕਲ 'ਚ ਪਿਆ ਬਿਮਾਰ। ਹੁਣ ਇੱਕ ਹੀ ਬੱਚਾ ਸੀ, ਰਾਜਾ ਰਾਣੀ ਉਹ ਬੱਚੇ ਨੂੰ ਬੁੱਕਲ 'ਚ ਲੈ ਕੇ ਦਿਨ ਰਾਤ ਬੈਠੇ ਰਹਿੰਦੇ। ਵੈਦ ਸਾਰੇ ਸੱਦ ਲਏ, ਕੋਈ ਇਲਾਜ ਨਹੀਂ ਹੋਇਆ। ਬਿਮਾਰੀ ਤੇ ਨਹੀਂ ਪਤਾ ਲੱਗਾ, ਬੱਚਾ ਸੁੱਕਦਾ ਜਾਂਦਾ ਦਿਨੋਂ ਦਿਨ। ਅੱਜ ਬੱਚਾ ਬੜਾ ਹੀ ਬਿਮਾਰ ਹੈ। ਰਾਜੇ ਨੇ ਬੁੱਕਲ 'ਚ ਪਾਇਆ, ਕੋਲ ਰਾਣੀ ਬੈਠੀ, ਕੰਧ ਦੀ ਢੋਲ ਲੱਗੀ ਰਾਜੇ ਦੀ, ਤੇ ਉਹ ਨੀਂਦ ਆ ਗਈ ਸੀ। ਬੱਚਾ ਬਿਮਾਰ। ਇੱਕ ਜਿਹੜੇ ਸੰਸਾਰ ਦੀ ਅਸਲੀਅਤ ਸੀ, ਸਾਡੀਆਂ ਨਜ਼ਰਾਂ 'ਚ ਅਸਲੀਅਤ, ਗੁਰੂ ਦੀਆਂ ਨਜ਼ਰਾਂ 'ਚ ਵੀ ਸਭ ਕੁਝ ਝੂਠ ਹੈ। ਅਸੀਂ ਸੰਸਾਰ ਨੂੰ ਸੱਚ ਮੰਨ ਕੇ ਬੈਠੇ ਨਾ ਵੀ ਆਹ ਵਰਤਿਆ ਜੀ, ਆ ਸੱਚ ਹੈ। ਮਹਾਰਾਜ ਨੇ ਤੇ ਇੱਕ ਖੇਡ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਹਿੰਦੀ ਮੈਂ ਉਹਦੇ ਇੱਕ ਖੇਡ ਖੇਡ ਰਿਹਾ ਸਾਡੇ ਨਾਲ। ਇਸ ਗੱਲ ਦੀ ਸਮਝ ਆ ਜਾਣੀ ਹੀ ਸੱਚ ਨਾਲ ਜੁੜਨਾ ਹੈ। ਉਹ ਰਾਜੇ ਦਾ ਪੁੱਤਰ ਬੁੱਕਲ 'ਚ ਪਿਆ, ਉਹ ਅੱਜ ਬਹੁਤਾ ਢਿੱਲਾ ਹੈ। ਉਹਨੂੰ ਹੋਇਆ ਕਿ ਵੀ ਸੁਰਤ ਤੇ ਇੱਧਰ ਸੀ ਵੀ ਪਤਾ ਨਹੀਂ ਕਦੋਂ ਭਾਣਾ ਵਾਪਰ ਜਾਣਾ। ਪਰ ਸਿਆਣੇ ਕਹਿੰਦੇ ਆ ਵੀ ਜਿਹੜੀ ਨੀਂਦ ਇਹਨੂੰ ਸੂਲੀ ਤੇ ਵੀ ਆ ਜਾਂਦੀ ਹੈ। ਉਹ ਬੱਚਾ ਬਿਮਾਰ ਬੁੱਕਲ 'ਚ ਪਿਆ, ਰਾਜੇ ਨੂੰ ਅੱਖ ਲੱਗ ਜਾਂਦੀ, ਉਹਦੀ ਢੋਲ ਲਾ ਕੇ। ਵੈਸੇ ਬੈਠੇ ਜਾਗਦੇ ਨੇ, ਧਿਆਨ ਬੱਚਿਆਂ ਲਈ, ਪਰ ਫਿਰ ਵੀ ਨੀਂਦ ਆ ਜਾਂਦੀ ਹੈ। ਉਹ ਨੀਂਦ ਆਈ, ਸੁਰਤ ਬੱਚਿਆਂ ਦੀ ਸੀ ਨਾ ਉਹ ਰਾਜੇ ਦੀ। ਹੁਣ ਨੀਂਦ 'ਚ ਇੱਕ ਸੁਪਨਾ ਆਇਆ। ਤੁਹਾਨੂੰ ਸੁਪਨਾ ਉਹ ਆਏਗਾ ਜਿੱਧਰ ਤੁਹਾਡੀ ਸੁਰਤ ਰਹਿੰਦੀ ਹੈ। ਤੁਹਾਨੂੰ ਸੁਪਨਾ ਉਸ
ਰਾਤ ਨੂੰ ਸੁਪਨਾ ਉਸ ਗੱਲ ਦਾ ਆਏਗਾ ਜਿਸ ਬਾਰੇ ਤੁਸੀਂ ਸੋਚਦੇ ਹੋ ਜਾਂ ਸੋਚਣ ਲੱਗਿਆ ਸੋਚਦੇ ਹੋਏ ਤੁਸੀਂ ਸੌਂ ਜਾਂਦੇ ਹੋ ਜਾਂ ਸਾਰਾ ਦਿਨ ਜੋ ਕਰਦੇ ਹੋ। ਕਈ ਵਾਰੀ 2-4 ਦਿਨ ਚ ਕੰਮ ਕੰਪਲੀਟ ਹੋਣ ਵਾਲਾ ਹੁੰਦਾ ਹੈ ਤੇ ਤੁਸੀਂ ਵਿੱਚੇ ਤੁਹਾਨੂੰ ਨੀਂਦ ਆ ਜਾਂਦੀ ਹੈ ਨਾ, ਤੁਹਾਡੀ ਸੁਰਤ ਵੀ ਉੱਥੇ ਜਾਓ, ਕੰਮ ਵਿਗੜ ਗਿਆ ਹੈ ਜੀ ਜਾਂ ਕੰਮ ਕੰਪਲੀਟ ਹੋ ਗਿਆ ਜੀ ਜਾਂ ਫਲਾਣਾ, ਤੁਹਾਡਾ ਧਿਆਨ ਉਧਰ ਰਹੇਗਾ। ਹੁਣ ਰਾਜੇ ਦੀ ਸੁਰਤ ਪੁੱਤਰਾਰ ਸੀ ਤੇ ਨੀਂਦ 'ਚ ਵੀ ਸੁਪਨਾ ਇਹੋ ਹੀ ਆਇਆ। ਹੁਣ ਨੀਂਦ 'ਚ ਕੀ ਹੋਇਆ ਵੀ ਉਹਦੇ ਸੁਪਨਾ ਆਇਆ, ਸੁਪਨੇ 'ਚ ਉਹਦੇ 2 ਪੁੱਤਰ ਹੋਏ, ਉਹਦੇ ਪੋਤਰੇ ਵੀ ਹੋ ਗਏਗਾ, ਕਿਉਂਕਿ ਉਹ ਜਾਗਦਾ ਉਹਦੀ ਸੁਰਤ 'ਚ ਸੀ ਵੀ ਇਹ ਪੁੱਤਰ ਚਲਾ ਚੱਲਿਆ, ਕੱਲਾ ਸਾਡਾ ਪੁੱਤ ਸੀ, ਜੇ ਇਹ ਠੀਕ ਹੁੰਦਾ ਸਾਡੇ ਪੋਤਰੇ ਹੁੰਦੇ ਪੋਤਰੀਆਂ। ਬੰਦਾ ਸੋਚਦਾ ਨਾ, ਇਹ ਜਨਨੀ ਗਰਭ ਪਾਲਤੀ ਸੁਤ ਕੀ ਕਾ ਰਾਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਲਾਸਾ। ਸੁਰਤ ਸੀ ਇਹ ਜੇ ਤੁਰ ਗਿਆ ਤੇ ਸਾਡੀ ਤੇ ਅੰਚਮਨ 'ਚ ਰੁਕ ਜਾਣੀ ਹੈ, ਮੇਰੇ ਗਾਹ ਪੋਤਰੇ ਹੁੰਦੇ ਪੋਤਰੀਆਂ ਹੁੰਦੇ ਤੇ ਬੱਚਿਆਂ ਦੇ ਜਨਮ ਤੋਂ ਗਾਹ ਸੋਚ ਲੈਂਦਾ ਜੇ ਇੰਨੀ ਉਮਰ ਨੂੰ ਆਪਣਾ ਵਿਆਹ ਕਰ ਦੇਣਾ ਬੱਚੇ ਦਾ, ਸਾਰਾ ਮਾਂ ਪਿਓ ਸੋਚਦੇ ਹੀ ਹੈ। ਹੁਣ ਸੁਪਨਾ ਆਇਆ, ਸੁਪਨੇ 'ਚ 2 ਪੁੱਤਰ ਪੋਤਰੇ ਪੋਤਰੀਆਂ। ਉਹ ਰਾਜਾ ਸੁਪਨੇ 'ਚ ਆਪਣੇ ਪੋਤਰੇ ਪੋਤਰੀਆਂ ਨੂੰ ਮੋਢਿਆਂ ਤੇ ਬਿਠਾ ਕੇ ਖਿਡਾਉਂਦਾ ਹੈ, ਬੜਾ ਆਨੰਦ ਮਾਣਦਾ ਉਹਦੇ 'ਚ ਸੁਪਨੇ 'ਚ ਵੀ ਉਹਦੇ ਪੋਤਰੇ ਨੇ ਪੋਤਰੀਆਂ, ਬੜਾ ਵੱਡਾ ਪਰਿਵਾਰ, ਬੜੇ ਆਨੰਦ 'ਚ ਹੈ। ਇੰਨੇ ਚਿਰ ਨੂੰ ਕੀ ਹੋ ਜਾਂਦਾ, ਜਿਹੜਾ ਬੁੱਕਲ 'ਚ ਪਿਆ ਹੁੰਦਾ ਬਿਮਾਰ ਪੁੱਤ, ਉਹਦੀ ਮੌਤ ਹੋ ਜਾਂਦੀ ਹੈ। ਸੁਪਨੇ 'ਚ ਹੋਰ ਕਿਸੇ ਦੁਨੀਆ 'ਚ ਪਹੁੰਚਿਆ ਹੋਇਆ ਹੈ, ਪੋਤਰੇ ਪੋਤਰੀਆਂ ਨਾਲ ਖੇਡ ਰਿਹਾ ਹੈ। ਅਸਲੀਅਤ ਦੇ ਅੰਦਰ ਜਿਹਨੂੰ ਅਸੀਂ ਅਸਲੀਅਤ ਸੰਸਾਰ ਨੂੰ ਸਮਝ ਬੈਠੇ, ਉਹਦੇ 'ਚ ਉਹਦਾ ਪੁੱਤਰ ਚੜ੍ਹਾਈ ਕਰ ਜਾਂਦਾ ਹੈ। ਜਦੋਂ ਚੜ੍ਹਾਈ ਕਰ ਗਿਆ, ਹੁਣ ਰਾਣੀ ਜਾਗਦੀ ਸੀ, ਉਹਨੇ ਚੀਖ ਮਾਰੀ ਵੀ ਪੁੱਤ ਚੜ੍ਹਾਈ ਕਰ ਗਿਆ। ਜਦੋਂ ਚੀਖ ਮਾਰੀ ਰਾਜੇ ਦੀ ਜਾਗ ਖੁੱਲੀ, ਉਹ ਹੈਰਾਨ ਹੋ ਗਿਆ ਵੀ ਕਿੱਥੇ ਪੋਤਰੇ ਪੋਤਰੀਆਂ ਨੂੰ ਮੋਢਿਆਂ ਤੇ ਖਿਡਾ ਰਿਹਾ ਸੀ। ਜਾਗ ਖੁੱਲੀ ਤੇ ਪੁੱਤਰ ਦੀ ਬੁੱਕਲ 'ਚ ਲਾਸ਼ ਪਈ ਹੈ। ਪਹਿਲਾਂ ਤੇ ਰੋਇਆ ਵੀ ਮੇਰਾ ਇੱਕ ਪੁੱਤ ਸੀ ਚੜ੍ਹਾਏ, ਰੋਂਦਾ ਰੋਂਦਾ ਫਿਰ ਹੱਸਣ ਲੱਗ ਪਿਆ, ਖਿੜਖਿੜਾ ਕੇ ਹੱਸਿਆ। ਉਹ ਰਾਣੀ ਕਹਿੰਦੀ ਤੁਹਾਨੂੰ ਕੀ ਹੋ ਗਿਆ, ਸਾਡਾ ਇੱਕ ਪੁੱਤ ਮਰ ਗਿਆ, ਇੱਕ ਹੀ ਸੀ, ਤੇ ਤੁਸੀਂ ਹੱਸ ਕਿਉਂ ਰਹੇ ਹੋ? ਉਹ ਰਾਜੇ ਨੂੰ ਸੋਝੀ ਆ ਗਈ, ਨਾ ਉਹ ਸੱਚ ਸੀ ਨਾ ਇਹ ਸੱਚ ਹੈ, ਸੁਪਨਾ ਜਗ ਰਚਨਾ ਸਭ ਝੂਠ ਹੈ। ਮਹਾਰਾਜ ਨੇ ਅੱਗੇ ਬਚਨ ਕਹੇ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਮਹਾਰਾਜ ਕਹਿੰਦੇ ਜਿਵੇਂ ਸੁਪਨਾ ਵੇਖਦੇ ਆ ਨਾ, ਜੱਗ ਨੂੰ ਐਸਾ ਹੀ ਜਾਣ। ਪਹਿਲਾਂ ਰੋਇਆ ਮੇਰਾ ਇੱਕ ਪੁੱਤ ਚੜਾਈ, ਫਿਰ ਹੱਸਣ ਲੱਗ ਪਿਆ। ਰਾਣੀ ਕਹਿੰਦੀ ਜੀ ਕੀ ਹੋ ਗਿਆ ਤੁਹਾਨੂੰ, ਹੱਸਦੇ ਕਿਉਂ, ਸਾਡਾ ਇੱਕ ਪੁੱਤ ਚੜਾਈ ਕਰ ਗਿਆ। ਉਹ ਕਹਿੰਦਾ ਦੱਸ ਇੱਕ ਦਾ ਦੁੱਖ ਮਨਾਵਾਂ ਕਿ ਜਿਹੜੇ ਪੋਤਰੇ ਪੋਤਰੀਆਂ ਵਿਛੜ ਗਏ ਨੇ ਉਹਨਾਂ ਨੂੰ ਰੋਵਾਂ। ਸਮਝ ਆ ਗਈ, ਕਹਿਣ ਲੱਗਾ ਨਾ ਇਹ ਸੱਚ ਸੀ ਨਾ ਉਹ ਸੱਚ ਹੈ, ਸੱਚ ਤੇ ਰੱਬ ਹੈ। ਚੱਲ ਵਾਹਿਗੁਰੂ ਵਾਹਿਗੁਰੂ ਜਪੀਏ, ਇਹ ਤੇ ਰੱਬ ਨੇ ਇੱਕ ਖੇਡ ਵਰਤਾਈ ਹੈ। ਉਹਦਾ ਸਮਾਂ ਆ ਗਿਆ ਸੀ, ਉਹ ਚਲਾ ਗਿਆ, ਸਾਡੇ ਕੋਲ ਸਮਾਂ। ਉਹ ਅੱਜ ਸੁਪਨਾ ਆਇਆ, ਝੂਠ ਸੀ, ਅੱਖ ਖੁੱਲੀ, ਉਹ ਅੱਖ ਖੁੱਲਦੀ, ਸੁਪਨਾ ਝੂਠ ਜਾਪਦਾ, ਇੱਧਰ ਅੱਖ ਬੰਦ ਹੁੰਦੀ, ਸੰਸਾਰ ਝੂਠਾ ਜਾਪਦਾ ਹੈ। ਅੱਖ ਬੰਦ ਹੋਈ ਨਾ, ਰੂਹ ਨਿਕਲੀ ਸਰੀਰ ਚੋਂ, ਫਿਰ ਬੰਦੇ ਨੂੰ ਸੋਝੀ ਵੀ ਆ ਕੁਛ ਮੈਂ ਕਿਹਦੇ ਨਾਲ ਜੁੜਿਆ ਰਿਹਾ। ਅਸਲ ਦੇ ਸਾਰਿਆਂ ਨੂੰ ਸੋਝੀ ਆਉਂਦੀ, ਉਦੋਂ ਕਰ ਕੁਝ ਨਹੀਂ ਸਕਦੇ। ਮੰਨ ਲਓ ਹੁਣ ਅਸੀਂ ਜਿਉਂਦੇ ਆ ਪਰਿਵਾਰ 'ਚ, ਅਸੀਂ ਇਹੀ ਸਮਝਦੇ ਇਹੀ ਮੇਰਾ ਸੰਸਾਰ ਹੈ। ਬਹੁਤੇ ਬੰਦੇ ਪਰਿਵਾਰ ਨੂੰ ਸੰਸਾਰ ਸਮਝੀ ਬੈਠੇ, ਮੈਂ ਇਹਦੇ 'ਚ ਬੜਾ ਆਨੰਦ ਹੈ। ਮੰਨ ਲਓ ਵੀ ਮੈਂ ਚੜ੍ਹਾਈ ਕਰ ਜਾਂਦਾ, 10 ਦਿਨ ਲੰਘ ਗਏ, 20 ਦਿਨ ਲੰਘ ਗਏ, ਮੇਰੀ ਰੂਹ ਵੇਖ ਰਹੀ ਹੈ ਮੇਰਾ ਪਰਿਵਾਰ ਕੀ ਕਰਦਾ ਹੈ, ਤੇ ਮੱਥੇ ਤੇ ਹੱਥ ਮਾਰਨਾ ਪਏਗਾ, ਮੈਂ ਇਹਨਾਂ ਵਾਸਤੇ ਸਾਰੀ ਜ਼ਿੰਦਗੀ ਆ ਕੁਝ ਕਰਦਾ ਰਿਹਾ, ਮੇਰੇ ਨਹੀਂ ਸਨ। ਬੰਦੇ ਨੂੰ ਪਤਾ ਲੱਗਦਾ ਹੈ, ਲੱਗਦਾ ਉਦੋਂ ਆ ਜਦੋਂ ਸਾਡੇ ਕੋਲ ਸਮਾਂ ਨਹੀਂ ਹੁੰਦਾ ਹੈ। ਦਾਸ ਨੇ ਬੇਨਤੀ ਉਦੋਂ ਸ਼ੁਰੂ ਕੀਤੀ ਹੈ। ਅਸਲ ਦੇ ਅੰਦਰ ਇਹ ਝੂਠ ਹੈ, ਆਉਣਾ ਜਾਣਾ ਉਹਦਾ ਹੁਕਮ ਹੈ। ਇਹ ਗੱਲ ਸਮਝਣ ਵਾਸਤੇ ਅਸੀਂ ਗੁਰੂ ਸਾਹਿਬ ਕੋਲ ਆਉਣੇ ਆ, ਇਹ ਗੱਲ ਸਮਝਣੀ ਹੀ ਜਾਗਣਾ ਹੈ। ਕੱਲ ਮਹਾਰਾਜ ਨੇ ਬਚਨ ਕਹੇ, ਜਾਗ ਬੇਸਮਝ ਮਨੁੱਖ ਜਾਗ, ਅਸਲੀਅਤ ਸਮਝ ਜਾਣੀ ਇਹੀ ਤੇ ਜਾਗਣਾ ਹੈ। ਮਹਾਰਾਜ ਕਹਿੰਦੇ ਹੈ ਉਹ ਜਿਹੜੀ ਗੰਧਰਵ ਨਗਰੀ ਹੈ ਨਾ, ਝੂਠੀ ਹੈ, ਇਹ ਪਾਣੀ ਨਹੀਂ, ਇਹ ਤੇ ਸਿਰਫ ਲੋ ਸੀ। ਹਿਰਨ ਚੜਾਈ ਕਰ ਗਿਆ। ਮਹਾਰਾਜ ਕਹਿੰਦੇ ਬੰਦਿਆਂ ਨੂੰ ਝੂਠਾ ਮੰਨਦੇ, ਸੱਚ ਨਹੀਂ ਹੈ, ਇਹ ਸੱਚ ਨਹੀਂ ਹੈ। ਮਹਾਰਾਜ ਨੇ ਅਗਲੇ ਬਚਨ ਕਹੇ, ਜਿਨੀ ਸੱਚ ਅਰਾਧਿਆ, ਜਿਨ੍ਹਾਂ ਨੇ ਸੱਚ ਨੂੰ ਅਰਾਧਿਆ ਜਪਿਆ, ਨਾਨਕ ਮਨ ਤਨ ਫੱਬ। ਫੱਬ ਦਾ ਅਰਥ ਜਿਹੜਾ ਨਾ ਸੁੰਦਰਤਾ ਦੇ ਨਾਲ ਹੈ। ਆਪਾਂ ਕਈ ਵਾਰੀ ਸਿੱਧਾ ਸ਼ਬਦ ਵਰਤਦੇ ਵੀ ਅੱਜ ਤੂੰ ਬਹੁਤ ਫੱਬ ਰਿਹਾ। ਫੱਬ ਦਾ ਅਰਥ ਸੁੰਦਰਤਾ ਦਾ ਪ੍ਰਤੀਕ ਹੈ, ਸੋਹਣਾ। ਮਹਾਰਾਜ ਕਹਿੰਦੇ ਹੁਣ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਕੌਣ ਫੱਬਦਾ ਹੈ? ਕੀ ਕਿਸੇ ਨੇ ਸਰੀਰ ਤੇ ਬਹੁਤ ਕੈਮੀਕਲ ਲਾਇਆ, ਪਰਫਿਊਮ ਲਾਇਆ, ਅਤਰ ਲਾਇਆ ਜਾਂ ਹੋਰ ਕੁਝ, ਵੀ ਮਹਾਰਾਜ ਕਹਿਣਗੇ ਵੀ ਤੁਸੀਂ ਨਹੀਂ ਜੇ ਚੰਗੇ, ਆਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮਹਾਰਾਜ ਕਹਿੰਦੇ ਮੈਨੂੰ ਉਹ ਚੰਗਾ ਲੱਗਦਾ ਜਿੰਨੇ ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ਹੈ।
ਸਈ ਸੁੰਦਰ ਸੋਹਣੇ ਸਾਧ ਸੰਗ ਤਿਨ ਬਹਿਣੇ। ਹੁਣ ਮਹਾਰਾਜ ਪੁੱਛੇ ਤੁਹਾਨੂੰ ਕੌਣ ਸੋਹਣਾ ਲੱਗਦਾ, ਚੰਗਾ ਲੱਗਦਾ? ਮਹਾਰਾਜ ਨੇ ਕਹਿਣਾ ਜਿਹੜਾ ਰੋਜ਼ ਮੇਰੇ ਕੋਲ ਆਣ ਕੇ ਬੈਠਦਾ ਹੈ, ਮੈਨੂੰ ਚੰਗਾ ਲੱਗਦਾ। ਇੱਥੇ ਸਰੀਰ ਦੀ ਸੁੰਦਰਤਾ ਦੀ ਗੱਲ ਨਹੀਂ ਹੈ, ਸੁੰਦਰਤਾ ਵੀ ਉਹਨੇ ਜਿਹਨੂੰ ਜਿੰਨੀ ਦਿੱਤੀ ਹੈ ਵਾਹਿਗੁਰੂ ਨੇ ਦਿੱਤੀ ਹੈ। ਪਰ ਮਹਾਰਾਜ ਰੱਬ ਗੁਰੂ ਸਾਨੂੰ ਗੁਣਾ ਕਰਕੇ ਉਹ ਪਿਆਰ ਕਰਦਾ ਹੈ। ਕਈ ਵਾਰੀ ਸੰਸਾਰ ਆਪਾਂ ਨਾ ਬੱਚੇ ਦਾ ਵਿਆਹ ਕਰਦੇ ਆ, ਕਿਸੇ ਦੀ ਨੂੰਹ ਬਹੁਤ ਸੋਹਣੀ ਆ ਜਾਂਦੀ ਸਰੀਰਕ ਤੌਰ ਤੇ ਉਹ ਜਾ ਕੇ ਉਹ ਸੱਸ ਨੂੰ ਕਹਿੰਦੇ ਤੇਰੀ ਨੂੰਹ ਬੜੀ ਸੋਹਣੀ, ਕਹਿੰਦੀ ਮੈਂ ਇਹਦੇ ਰੂਪ ਨੂੰ ਅੱਗ ਲਾਉਣੀ ਹੈ, ਪਾਣੀ ਦੇ ਮੈਨੂੰ ਪੁੱਛਦੀ ਨਹੀਂ ਗੀ। ਉਹਨੂੰ ਗੁਣ ਚਾਹੀਦੇ ਸੀ ਸੱਸ ਨੂੰ, ਰੂਪ ਨੂੰ ਕੀ ਕਰਨਾ ਹੈ? ਕਹਿੰਦੀ ਪਾਣੀ ਤੇ ਇਹਨੇ ਕਦੀ ਪੁੱਛਿਆ ਨਹੀਂ ਮੈਨੂੰ। ਮਹਾਰਾਜ ਵੀ ਇਹ ਗੱਲ ਕਹਿੰਦੇ ਸੁੰਦਰਤਾ ਅੰਦਰ ਦੀ ਹੋਣੀ ਚਾਹੀਦੀ ਹੈ। ਗੁਰੂ ਤੇ ਰੱਬ ਨੂੰ ਉਹ ਫੱਬਦਾ ਜਿਹਦੇ ਚ ਚੰਗੇ ਗੁਣ ਹੈ। ਆਪਾਂ ਸਮਾਜ 'ਚ ਵਿਚਰਦੇ, ਪਰਿਵਾਰ ਦੀ ਗੱਲ ਕਰ ਦਈਏ, ਆਂਢੀਆਂ ਗੁਆਂਢੀਆਂ ਦੀ ਗੱਲ ਕਰੀਏ, ਗੁਰਦੁਆਰੇ ਆਉਣਾ, ਕਿੱਥੇ ਵੀ ਤੁਹਾਨੂੰ ਗੁਣਾਂ ਵਾਲਾ ਬੰਦਾ ਹਰੇਕ ਨੂੰ ਚੰਗਾ ਲੱਗੇਗਾ। ਉਹਦੇ ਚੰਗਾ ਗੁਣ ਹੈ ਨਾ, ਉਹ ਬਹੁਤ ਚੰਗਾ। ਦੱਸ ਨੇ ਉਦਾਹਰਨ, ਦੋ ਨਹੁੰਆਂ, ਇੱਕ ਰੂਪ ਕਰਕੇ ਸੋਹਣੀ, ਇੱਕ ਸਰੀਰ ਕਰਕੇ ਕੋਝੀ। ਹੁਣ ਕੋਝੀ ਸੱਸ ਦੀ ਸੇਵਾ ਕਰਦੀ, ਸੱਸ ਦੀਆਂ ਨਜ਼ਰਾਂ 'ਚ ਉਹ ਸੋਹਣੀ ਹੈ ਜਿਹੜੀ ਉਹਦੀ ਸੇਵਾ ਕਰਦੀ, ਦੂਸਰੀ ਨਹੀਂ ਸੋਹਣੀ ਹੈ। ਗੁਰੂ ਦੀਆਂ ਨਜ਼ਰਾਂ 'ਚ ਉਹ ਸੋਹਣਾ ਜਿਹਦਾ ਜੀਵਨ ਚੰਗਾ ਹੈ, ਜਿਹਦੇ ਕੋਲ ਗੁਣ ਚੰਗੇ ਹੈ। ਸਰੀਰ ਇਹ ਤੇ ਵਾਹਿਗੁਰੂ ਨੇ, ਮਹਾਰਾਜ ਨੇ ਸਾਨੂੰ ਸਰੀਰ ਤੇ ਵੀ ਕਿਹਾ, ਕਹਿੰਦੇ ਕਾਹਦਾ ਇਹਦਾ ਮਾਣ ਕਰਦਾ, ਇੱਕ ਦਿਨ ਤੇ ਅੱਗ 'ਚ ਟਿਕਣਾ, ਇੱਕ ਦਿਨ ਹਾੜ ਜਰੇ ਜੋ ਲੱਕੜੀ ਕਾ ਤੂਲਾ, ਕੇਸ ਜਰੇ ਜੋ ਘਾਸ ਕਾ ਪੂਲਾ। ਇਸ ਸਰੀਰ ਦੀ ਗੱਲ ਕਰਦਾ, ਇਹਨੇ ਤੇ ਲੱਕੜਾਂ ਦੀ ਤਰ੍ਹਾਂ ਇੱਕ ਦਿਨ ਸਿਵਿਆਂ 'ਚ ਸੜਨਾ ਹੈ। ਆ ਜਿਹੜੇ ਤੇਰੇ ਕੇਸ ਹੈ ਨਾ, ਇਹਨੂੰ ਘਾਹ ਦੇ ਪੂਲੇ ਦੀ ਤਰ੍ਹਾਂ ਅੱਗ ਲੱਗਣੀ ਇੱਕ ਦਿਨ। ਮਹਾਰਾਜ ਕਹਿੰਦੇ ਇਹ ਸਦਾ ਵਾਸਤੇ ਨਹੀਂ ਰਹਿਣਾ। ਹੁਣ ਮਹਾਰਾਜ ਕਹਿੰਦੇ ਨਾਨਕ ਮਨ ਤਨ ਫੱਬ, ਮਨ ਤੇ ਤਨ ਕਰਕੇ ਬੰਦਾ ਉਹ ਫੱਬਦਾ ਜਿਹਨੇ ਸੱਚ ਰਾਧਿਆ। ਮਨੁੱਖ ਤਨ ਕਰਕੇ ਸੋਹਣਾ ਨਾ ਵੀ ਹੋਵੇ ਨਾ, ਮਨ ਕਰਕੇ ਸੋਹਣਾ ਹੋਵੇ, ਤਨ ਵੀ ਗੁਰੂ ਪ੍ਰਵਾਨ ਕਰ ਲੈਂਦਾ। ਤੇ ਜਿਹੜਾ ਤਨ ਕਰਕੇ ਬਹੁਤ ਸੋਹਣਾ, ਮਨ ਕਰਕੇ ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿਟਵੀਆਂ, ਬਾਹਰ ਤੇ ਚਿੱਟਾ ਕੱਪੜਾ ਹੈ, ਬਾਹਰ ਤੇ ਬਹੁਤ ਸੋਹਣਾ ਕੱਪੜਾ ਹੈ, ਤੇ ਮਨੋਂ ਕਸੁੱਧਾਂ ਕਾਲੀਆਂ। ਮਨੋਂ ਕਾਲਾ ਬੰਦਾ, ਜਿਹੜਾ ਅੰਦਰ ਦਾ ਕਾਲਾ ਬੰਦਾ, ਗੁਰੂ ਰੱਬ ਨੂੰ ਪ੍ਰਵਾਨ ਨਹੀਂ। ਸਰੀਰ ਦਾ ਭਾਵੇਂ ਉਹ ਜਿੰਨਾ ਮਰਜ਼ੀ ਕਾਲਾ ਹੋਵੇ, ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਮਨ ਤਨ ਕਰਕੇ ਫੱਬਦਾ ਹੋਵੇ ਜਿੰਨੀ ਸੱਚ ਅਰਾਧਿਆ। ਦੋ ਕੁ ਬੇਨਤੀਆਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਜੀ। ਮਹਾਰਾਜ ਭੰਗਾਣੀ ਦਾ ਯੁੱਧ ਜਿੱਤ ਕੇ ਅਨੰਦਪੁਰ ਸਾਹਿਬ ਜਾਂਦੇ ਹੈ। ਬਾਬਾ ਅਜੀਤ ਸਿੰਘ ਦਾ ਜਨਮ 26 ਜਨਵਰੀ 1687 ਨੂੰ ਹੁੰਦਾ ਹੈ ਜੀ। ਵੱਡੇ ਪੁੱਤਰ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ। ਭੰਗਾਣੀ ਦਾ ਯੁੱਧ ਜਿੱਤਿਆ, ਮਹਾਰਾਜ ਗਏ, ਖਬਰ ਮਿਲੀ ਮਹਾਰਾਜ ਨੂੰ, ਮਹਾਰਾਜ ਤੁਹਾਡੇ ਘਰੇ ਸਾਹਿਬਜ਼ਾਦੇ ਦਾ ਜਨਮ ਹੋਇਆ। ਫਿਰ ਘਰੋਂ ਕਿਹਾ ਗਿਆ ਵੀ ਨਾਂ ਕੀ ਰੱਖਣਾ ਹੈ ਬਾਬਾ ਅਜੀਤ ਸਿੰਘ ਜੀ ਦਾ। ਉਹ ਬੱਚਾ ਸੀ ਅਜੇ। ਫਿਰ ਮਹਾਰਾਜ ਨੇ ਕਿਹਾ ਯੁੱਧ ਜਿੱਤ ਕੇ ਆਏ, ਨਾਮ ਵੀ ਅਜੀਤ ਸਿੰਘ ਹੀ ਰੱਖੀਏ। ਤੇ ਨਾਮ ਅਜੀਤ ਸਿੰਘ ਰੱਖਿਆ ਜੀ। ਬੜਾ ਬਹਾਦਰ ਬੱਚਾ ਨਿਕਲਿਆ ਮਹਾਰਾਜ ਦਾ ਵੱਡਾ ਜਿਹੜਾ ਪੁੱਤਰ ਹੈ ਬਾਬਾ ਅਜੀਤ ਸਿੰਘ। ਸਾਨੂੰ ਇਤਿਹਾਸ 'ਚੋਂ ਬਹੁਤ ਕੁਝ ਮਿਲਦਾ ਹੈ। ਆ ਕੱਲ੍ਹ ਨਾ ਸ਼ਾਮ ਨੂੰ ਇਤਿਹਾਸ ਚੱਲਦਾ ਹੈ, ਕੱਲ੍ਹ ਦਾਸ ਨੇ ਸੰਗਤ ਨੂੰ ਸਰਵਣ ਕਰਾਇਆ। ਪਹਿਲਾ ਯੁੱਧ ਕੱਲ੍ਹ ਬਾਬਾ ਅਜੀਤ ਸਿੰਘ ਜੀ ਨੇ ਲੜਿਆ ਜੀ। ਕੱਲ੍ਹ ਚੱਲ ਰਿਹਾ ਇਤਿਹਾਸ 'ਚ ਜਿਹੜਾ ਪਹਿਲਾ ਯੁੱਧ ਹੈ। ਮਹਾਰਾਜ ਦੇ ਕੋਲ ਆਏ, ਬਾਪੂ ਮੈਂ ਵੀ ਲੜਨਾ ਹੈ। ਤੇ ਭਾਈ ਉਦੇ ਸਿੰਘ ਕਹਿੰਦੇ ਬਾਬਾ ਅਜੀਤ ਸਿੰਘ ਛੋਟਾ ਹੈ ਅਜੇ, ਵੀ ਫੌਜ ਉਹ ਬੜੀ ਸਾਰੀ ਜ਼ਿੰਦਗੀ ਉਹਨਾਂ ਨੇ ਯੁੱਧ ਲੜੇ ਜਿਨ੍ਹਾਂ ਦੇ ਨਾਲ ਅਸੀਂ ਜਾ ਕੇ ਮੁਕਾਬਲਾ ਕਰਨਾ। ਤੇ ਬਾਬਾ ਅਜੀਤ ਸਿੰਘ ਕਹਿੰਦੇ ਨਹੀਂ ਪਿਤਾ ਜੀ ਮੈਨੂੰ ਵੀ ਆਗਿਆ ਦਿਓ। ਤੇ ਫਿਰ ਮਹਾਰਾਜ ਨੇ ਆਗਿਆ ਦਿੱਤੀ ਜੀ। ਕਹਿੰਦੇ ਉਦੇ ਸਿੰਘ ਸਾਡੇ ਬੇਟੇ ਨੂੰ ਨਾਲ ਰੱਖਿਓ, ਤੁਸੀਂ ਲੋਹਗੜ੍ਹ ਕਿਲੇ ਦੇ ਸਾਹਮਣੇ ਮੋਰਚਾ ਸਾਂਭੋ। 100 ਫਿਰ ਸਿੰਘ ਦਿੱਤਾ ਬਾਬਾ ਅਜੀਤ ਸਿੰਘ ਨੂੰ, 100 ਫੌਜ ਦਾ ਕਮਾਂਡਰ ਬਣਾਇਆ ਮਹਾਰਾਜ ਨੇ ਬਾਬਾ ਅਜੀਤ ਸਿੰਘ ਨੂੰ। ਫਿਰ ਆਪ ਜੀ ਨੂੰ ਇਤਿਹਾਸ ਬ੍ਰਾਹਮਣ ਦੀ ਇੱਕ ਘਰ ਵਾਲੀ ਦਾ ਡੋਲਾ ਕੋਈ ਲੁੱਟ ਕੇ ਲੈ ਗਿਆ। ਉਹ ਬੜਾ ਮੰਤਰੀਆਂ ਸੰਤਰੀਆਂ ਕੋਲ ਗਿਆ, ਕਿਸੇ ਨੇ ਬਾਹ ਨਾ ਫੜੀ, ਕਿਉਂਕਿ ਜਿਹਨੇ ਡੋਲਾ ਲੁੱਟਿਆ ਸੀ ਉਹਦੀ ਧਾਗ ਪੈਂਦੀ ਹੈ ਸਾਰੇ। ਉਹ ਫਿਰ ਹਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ 'ਚ ਆਇਆ। ਕਹਿੰਦਾ ਜੀ ਮੇਰੀ ਘਰ ਵਾਲੀ ਨੂੰ ਡੋਲੇ 'ਚ ਜਾਂਦੇ ਲੁੱਟ ਕੇ ਲੈ ਗਏ। ਉਹਨੇ ਨਾਂ ਲਿਆ ਫਲਾਣੇ ਦਾ, ਅੱਗੇ ਨਾਂ ਲੈਂਦਾ ਸੀ ਕਿਸੇ ਮੰਤਰੀ ਸੰਤਰੀ ਕੋਲ, ਦੀਵਾਨ ਕੋਲ। ਉਹ ਡਰ ਜਾਂਦੇ ਸਨ ਵੀ ਸਾਡੀ ਉਦੋਂ ਤੱਕ। ਜਦੋਂ ਮਹਾਰਾਜ ਕੋਲ ਨਾਮ ਲਿਆ ਨਾ, ਮਹਾਰਾਜ ਨੇ ਫਿਰ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਭੇਜਿਆ। ਕਹਿਣ ਲੱਗੇ ਅਜੀਤ ਸਿੰਘ ਜਾਓ ਡੋਲਾ ਤੁਸੀਂ ਲੈ ਕੇ ਆਓਗੇ। ਫਿਰ ਬਾਬਾ ਅਜੀਤ ਸਿੰਘ ਨਾਲ ਸਿੰਘਾਂ ਨੂੰ ਲੈ ਕੇ ਗਏ, ਉਹ ਲੈ ਕੇ ਆਏ। ਮਹਾਰਾਜ ਦਾ ਜਿਹੜੇ ਯੁੱਧ 'ਚ ਵੀ ਬਾਬਾ ਅਜੀਤ ਸਿੰਘ ਲੜੇ, ਮਹਾਰਾਜ ਦਾ ਥਾਪੜਾ ਉਹਨਾਂ ਨੂੰ ਮਿਲਦਾ ਰਿਹਾ। ਅਖੀਰਲਾ ਯੁੱਧ ਉਹਨਾਂ ਦਾ ਚਮਕੌਰ ਦੀ ਗੜੀ ਹੈ। ਗੁਰਮੁਖੋ 392 ਫੱਟ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਹੋਏ ਸਨ।
ਜਦੋਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਵੀ ਗਿਆ ਤੂੰ ਜੀਤਾ ਨਹੀਂ ਆਊਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਵਾਲਾ ਸਾਰਾ ਗੁੱਸਾ ਮਹਾਰਾਜ ਦੇ ਪੁੱਤਰਾਂ ਤੇ ਕੱਢਿਆ ਸੀ ਇਹਨਾਂ ਵਜੀਦ ਖਾਂ ਉਹਨਾਂ ਨੇ। ਜਿੰਨੇ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੁੰਦੇ ਸਨ ਨਾ, ਦੁਬਾਰਾ ਜਦੋਂ ਸ਼ਹੀਦ ਹੋਣ ਤੋਂ ਕੋਈ ਸਰੀਰ ਤੇ ਵਾਰ ਨਹੀਂ ਸੀ ਕਰਦਾ ਕਿਸੇ ਦੇ, ਤੇ ਬਾਬਾ ਜੀਤ ਸਿੰਘ ਤੇ ਸ਼ਹੀਦ ਵੀ ਹੋ ਗਏ, ਤੇ ਇਹ ਟਕਵਿਆਂ ਦੇ ਗੰਡਾਸਿਆਂ ਦੇ ਬਰਛਿਆਂ ਦੇ ਵਾਰ ਬਾਬਾ ਜੀਤ ਸਿੰਘ ਦੇ ਫਿਰ ਵੀ ਛਾਤੀ ਤੇ ਕਰਦੇ ਰਹੇ ਵੀ ਇਹ ਗੁਰੂ ਦਾ ਪੁੱਤਰ ਹੈ, ਮਹਾਰਾਜ ਸਾਡੇ ਹੱਥਾਂ 'ਚ ਨਹੀਂ ਆਇਆ। ਉਹਦਾ ਸਾਰਾ ਗੁੱਸਾ ਮਹਾਰਾਜ ਦੇ ਪੁੱਤਰ ਤੇ ਕੱਢਿਆ। ਤਾਂ ਹੀ ਤੇ ਉਹ ਬਾਬਾ ਦਇਆ ਸਿੰਘ ਨੇ ਅਗਲੇ ਦਿਨ ਜਦੋਂ ਨਿਕਲਣ ਲੱਗੇ ਕਿਹਾ ਸੀ ਨਾ, ਮਹਾਰਾਜ ਸਾਰਿਆਂ ਦੀਆਂ ਲਾਸ਼ਾਂ ਥੋੜੇ ਥੋੜੇ ਫੱਟ ਲੱਗੇ ਐ, ਤੁਹਾਡੇ ਪੁੱਤਰਾਂ ਦੇ ਸਰੀਰ ਤੇ ਨਿੱਕੇ ਨਿੱਕੇ ਟੋਟੇ ਹੋਏ ਪਏ ਨੇ, ਤੇ ਹੁਣ ਉਹ ਇੰਨੇ ਫੱਟ ਲੱਗਣੇ ਸਰੀਰ ਤੇ। ਉਹ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਇਹਨਾਂ ਨੂੰ ਢੱਕ ਕੇ ਚੱਲੀਏ, ਨਹੀਂ ਤੇ ਸਵੇਰੇ ਇੱਲਾਂ ਆਉਣਗੀਆਂ ਗਿਰਜਾਂ, ਮਹਾਰਾਜ ਤੁਹਾਡੇ ਬੱਚਿਆਂ ਦੇ ਸਰੀਰ ਦੇ ਮਾਸ ਦੇ ਟੁਕੜੇ ਚੁੱਕ ਕੇ ਸਮਾਨ ਚੁੱਡੀਆਂ ਫਿਰਨਗੀਆਂ, ਇਹਨਾਂ ਤੇ ਕੱਪੜਾ ਪਾ ਕੇ ਚੱਲੀਏ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਦਇਆ ਸਿੰਘ ਰਹਿਣ ਦੇ ਜਿਹੋ ਦੇ ਇਹਨਾਂ ਦੇ ਸਰੀਰ ਜਿੱਥੇ ਪਏ ਨੇ, ਕੋਈ ਨਹੀਂ ਗਿਰਜਾਂ ਇੱਲਾਂ ਆਉਣਗੀਆਂ, ਇਹਨਾਂ ਦੇ ਮਾਸ ਦੀਆਂ ਬੋਟੀਆਂ ਚੁੱਕ ਕੇ ਜਿੰਨੀਆਂ ਉੱਚੀਆਂ ਸਮਾਨ ਚੁੱਡਣਗੀਆਂ ਨਾ, ਓਨੇ ਹੀ ਉੱਚੇ ਇੱਕ ਦਿਨ ਇੱਥੇ ਨਿਸ਼ਾਨ ਸਾਹਿਬ ਝੂਲਣਗੇ। ਮੇਰੇ ਬੱਚਿਆਂ ਨਾਲ ਪਿਆਰ ਨਾ ਕਰ, ਸ਼ਹੀਦ ਹੋਏ ਨੇ, ਸ਼ਹੀਦ ਦਾ ਰੁਤਬਾ ਬਹੁਤ ਉੱਚਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਐ, ਸਰੀਰ ਤਿਆਗਣ ਤੋਂ ਬਾਅਦ ਬੋਡੀ ਨਾਲ ਕੀ ਹੁੰਦਾ ਹੈ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਏ, ਇੱਕ ਪੀ ਫਿਰ ਹਸਣ। ਭਾਈ ਜੀਵਨ ਚੰਗਾ ਹੋਣਾ ਚਾਹੀਦਾ, ਲਾਸ਼ ਨਾਲ ਕੀ ਹੁੰਦਾ ਇਹਦਾ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਇਹਦਾ ਹੀ ਧਮਾਲਾ ਇਹਦੇ ਮੁੱਖ ਉੱਤੇ ਓੜਦੇ, ਕੌਮ ਦੇ ਸ਼ਹੀਦ ਨਹੀਂ ਉਹ ਕਫੜਾਂ ਨੂੰ ਲੋੜਦੇ। 19 ਸਾਲ ਦੀ ਉਮਰ 'ਚ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਨਾਮ ਰੱਖਿਆ ਸੀ ਭਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ, ਚਮਕੌਰ ਦੀ ਗੜੀ 'ਚ ਆ ਕੇ ਉਹ ਸ਼ਹਾਦਤ ਦਾ ਜਾਮ ਪੀਂਦੇ ਹੈ। ਮਹਾਰਾਜ ਨੇ ਕਿਹਾ ਸੀ, ਮੈਨੂੰ ਮੇਰੇ ਪੁੱਤਰਾਂ ਤੇ ਬੜਾ ਗਰਵ ਹੈ, ਮੈਨੂੰ ਪੁੱਤਰਾਂ ਤੇ ਮਾਣ ਹੈ। ਜੀਵਨ ਭਾਵੇਂ ਥੋੜਾ ਜਿਹਾ ਜਿਉਂ ਕੇ ਗਏ, ਬਹੁਤ ਚੜ੍ਹਦੀ ਕਲਾ ਦਾ ਜੀਵਨ ਜਿਉਂ ਕੇ ਗਏ। ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਭਾਈ ਬਹੁਤ ਬਹੁਤ ਵਧਾਈਆਂ ਜੀ। ਬਾਬਾ ਅਜੀਤ ਸਿੰਘ ਵਾਲੇ ਗੁਣ ਸਾਡੇ 'ਚ, ਸਾਡੇ ਬੱਚਿਆਂ 'ਚ ਆ ਜਾਣ, ਇਹ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸਾਰੇ ਕਰਕੇ ਜਾਇਓ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਦਾ ਧੰਨਵਾਦ। ਜੀ ਆਇਆਂ ਨੂੰ।